ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਇੱਕ ਨਵੇਂ ਵਿਸ਼ੇ ਤੇ ਗੱਲਬਾਤ ਕਰਨ ਲਈ ਅਸੀਂ ਹਾਜ਼ਰ ਹਾਂ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ। ਤੇ ਅੱਜ ਦਾ ਵਿਸ਼ਾ ਰਹੇਗਾ ਐਥੀਕਲ ਵਰਸਿਸ ਜੈਨਰਿਕ ਦਵਾਈਆਂ। ਤੇ ਇਸ ਤੋਂ ਇਲਾਵਾ ਜੇ ਦਵਾਈਆਂ ਖਾਣ ਦੀ ਲੋੜ ਪਵੇ ਤਾਂ ਕਿੱਦਾਂ ਦੀਆਂ ਦਵਾਈਆਂ ਖਾਣੀਆਂ ਚਾਹੀਦੀਆਂ ਨੇ, ਕਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਦਵਾਈਆਂ ਤੋਂ ਜਿਹੜਾ ਬਚਣਾ ਚਾਹੀਦਾ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਕਾਫੀ ਵੱਡਾ ਰੌਲਾ ਪਿਆ ਸੀ। ਗੁਰੂ ਨਾਨਕ ਮੋਦੀਖਾਨਾ ਜਿਹੜਾ ਸੀਗਾ ਉਹ ਖੋਲ੍ਹਿਆ ਗਿਆ ਸੀ ਇੱਥੇ ਦਵਾਈਆਂ ਨੂੰ ਲੈ ਕੇ। ਉਸ ਤੋਂ ਬਾਅਦ ਕਿਉਂਕਿ ਉਹ ਦਵਾਈਆਂ ਬਹੁਤ ਸਸਤੀਆਂ ਦੇ ਰਹੇ ਸੀ ਗੁਰੂ ਨਾਨਕ ਮੋਦੀਖਾਨੇ ਵਾਲੇ, ਅਤੇ ਉਸ ਤੋਂ ਬਾਅਦ ਉਹਨਾਂ ਦੇ ਆਪਣੇ ਹੀ ਭਾਈਚਾਰੇ ਦੇ ਲੋਕ ਜਿਹੜੇ ਮੈਡੀਕਲ ਪ੍ਰੋਫੈਸ਼ਨ ਦੇ ਨਾਲ ਸੀ, ਕੈਮਿਸਟ ਭਾਈਚਾਰਾ ਸੀ, ਉਹਨਾਂ ਦੇ ਅਗੇਂਸਟ ਹੋ ਗਿਆ ਸੀ। ਬੜਾ ਵੱਡਾ ਰੌਲਾ ਪਿਆ ਸੀ ਉਸ ਮਾਮਲੇ ਨੂੰ ਲੈ ਕੇ। ਅਤੇ ਗੁਰੂ ਨਾਨਕ ਮੋਦੀਖਾਨੇ ਵਾਲਿਆਂ ਦਾ ਇਹ ਕਹਿਣਾ ਸੀਗਾ ਕਿ ਇਹ ਦਵਾਈਆਂ ਆਉਂਦੀਆਂ ਤਾਂ ਪਿੱਛੋਂ ਸਸਤੀਆਂ ਨੇ ਅਤੇ ਬਹੁਤ ਮਤਲਬ ਕਈ 100 ਗੁਣਾ ਜਿਹੜੇ ਆ ਉਹਨਾਂ ਦੇ ਰੇਟ ਵਸੂਲੇ ਜਾ ਰਹੇ ਨੇ ਅਤੇ ਅਸੀਂ ਲੋਕਾਂ ਨੂੰ ਫਾਇਦਾ ਦੇ ਰਹੇ ਹਾਂ ਇਸ ਚੀਜ਼ ਦਾ। ਅਤੇ ਚਲੋ ਉਹ ਮਾਮਲੇ ਦਾ ਕੀ ਬਣਿਆ ਉਹ ਆਪਾਂ ਉਹਦੇ ਜ਼ਿਆਦਾ ਵਿਸਥਾਰ 'ਚ ਨਾ ਜਾਈਏ, ਪਰ ਉਹਦਾ ਇੱਕ ਫਾਇਦਾ ਇਹ ਹੋਇਆ ਕਿ ਅੱਜ ਤੁਸੀਂ ਹਰ ਦਵਾਈਆਂ ਵਾਲੀ ਦੁਕਾਨ ਦੇ ਬਾਹਰ ਇੱਕ ਬੋਰਡ ਲੱਗਿਆ ਦੇਖੋਗੇ, ਜਿਹੜਾ ਕਿ ਪਹਿਲਾਂ ਕਦੇ ਨਹੀਂ ਲੱਗਿਆ ਦੇਖਿਆ ਸੀਗਾ ਕਿ ਇੰਨੇ % ਦਵਾਈਆਂ ਦੇ ਵਿੱਚੋਂ ਜਿਹੜੀ ਹੈ ਪੈਸਿਆਂ ਦੀ ਛੂਟ। ਦੈਟ ਮੀਨਸ ਕਿ ਪਹਿਲਾਂ ਉਹ ਇੰਨੇ % ਉਸ ਤੋਂ ਵੀ ਵੱਧ ਕਮਾ ਰਹੇ ਸੀ, ਜਦ ਕਿ ਅੱਜ ਵੀ ਕਮਾ ਰਹੇ ਨੇ, ਅੱਜ ਵੀ ਕਮਾ ਕੇ ਵੇਚ ਰਹੇ ਨੇ। ਅਤੇ ਕਿੱਥੇ ਘਪਲਾ ਹੈ ਸਾਰਾ, ਕਿੱਥੇ ਰੌਲਾ ਕਿੱਥੇ ਹੈਗਾ, ਕਿਉਂ ਐਡਾ ਰੌਲਾ ਪਿਆ, ਕਿੰਨੇ ਕੁ ਦੇ ਕੋਈ ਐਡਾ ਜ਼ਿਆਦਾ ਮਾਰਜਨ ਹੈ ਕਿ ਜਿਹੜਾ ਬਹੁਤ ਵੱਡਾ ਲੈਵਲ ਦੇ ਉੱਤੇ ਜਿਹੜਾ ਇਹ ਪੈਸਾ ਕਮਾਇਆ ਜਾ ਰਿਹਾ। ਕੁਲਵੰਤ ਜੀ ਬਹੁਤ ਵਧੀਆ ਵਿਸ਼ਾ ਹੈ ਅਤੇ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਬਦਕਿਸਮਤੀ ਹੈ ਪੂਰੀ ਦੁਨੀਆ ਦੀ ਜਨਰਲੀ ਅਤੇ ਭਾਰਤ ਵਰਗੇ ਮੁਲਕਾਂ ਦੀ ਖਾਸ ਕਰਕੇ, ਕਿਉਂਕਿ ਜਿਹੜਾ ਇਹ ਫਾਰਮਾ ਕੰਪਨੀਆਂ ਦਾ ਜਿਹੜਾ ਸਟਾਈਲ ਆਫ ਆਪਰੇਸ਼ਨ ਹੈ, ਇਹਨੂੰ ਜੇ ਕਿਹਾ ਜਾਵੇ ਵੀ ਮਾਫੀਆ ਸਟਾਈਲ ਹੈ ਤਾਂ ਕੋਈ ਸੱਚਾਈ ਤੋਂ ਦੂਰ ਨਹੀਂ ਹੈ। ਬਿਲਕੁਲ ਇਹ ਸੱਚੀ ਗੱਲ ਹੈ ਕਿ ਫਾਰਮਾ ਕੰਪਨੀਆਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਮਾਫੀਆ ਸਟਾਈਲ ਹੈ ਕਿ ਲੁੱਟ ਲਓ ਜਿੱਥੋਂ ਲੁੱਟਿਆ ਜਾ ਸਕਦਾ। ਉਹ ਕੁਲਵੰਤ ਜੀ ਕਰਦੇ ਕੀ ਨੇ ਕਿ ਪਹਿਲਾਂ ਨਵੀਂ ਜੋ ਦਵਾਈ ਨਿਕਲਦੀ ਹੈ, ਨਵਾਂ ਮੋਲੀਕਿਊਲ ਆਇਆ ਤਾਂ ਉਹਨੂੰ ਕਹਿੰਦੇ ਸਾਡੀ ਜੀ ਰਿਸਰਚ 'ਤੇ ਪੈਸਾ ਬਹੁਤ ਲੱਗ ਗਿਆ, ਹੁਣ ਅਸੀਂ ਇਹਦੇ ਲਈ ਇਸ ਕਰਕੇ ਇਹਦਾ ਮੁੱਲ ਜਿਹੜਾ ਬਹੁਤ ਵਧਾ ਚੜ੍ਹਾ ਕੇ ਰੱਖਾਂਗੇ। ਉਹ ਫਿਰ ਕਈ ਗੁਣਾ ਮੁੱਲ ਦੇ ਕੇ ਅਤੇ ਫਿਰ ਡਾਕਟਰਾਂ ਨੂੰ ਜਾ ਕੇ ਦੱਸਦੇ ਆ ਵੀ ਆਹ ਦੇਖੋ ਜੀ ਇਸ ਦਵਾਈ ਦਾ, ਇਸ ਬਿਮਾਰੀ ਦੀ ਅਸੀਂ ਨਵੀਂ ਦਵਾਈ ਲਿਆਂਦੀ, ਬਈ ਦਵਾਈ ਤਾਂ ਜਿਹੜਾ ਮਤਲਬ ਪਤਾ ਨਹੀਂ ਕਿਆ ਤਾਰੇ ਤੋੜ ਲਿਆਏਗੀ ਅਤੇ ਨਵਾਂ ਸਾਲਟ ਕੱਢ ਲਿਆਂਦਾ ਸੀ, ਅਤੇ ਜਿਹੜਾ ਪੁਰਾਣਾ ਸਾਲਟ ਸੀ ਉਹ ਇਫੈਕਟਿਵ ਨਹੀਂ ਸੀਗਾ, ਹੁਣ ਨਵਾਂ ਸਾਲਟ ਹੈ ਉਹ ਤਾਂ ਬਿਲਕੁਲ ਠੀਕ ਠਾਕ ਕਰ ਦੇਗਾ। ਨਾਲੇ ਹੋਰ ਹੈ, ਨਾਲੇ ਵੀ ਇਹ ਬੋਡੀ 'ਚ ਰੈਜ਼ਿਸਟੈਂਸ ਬਣ ਚੁੱਕੀ ਹੈ ਦੂਜੇ ਸਾਲਟਸ ਦੀ, ਇਹ ਸਾਡਾ ਸਾਲਟ ਕੰਮ ਕਰੇ ਬਿਲਕੁਲ ਜ਼ਿਆਦਾ ਇਫੈਕਟਿਵ ਹੋਏਗਾ। ਤਾਂ ਉਹਦੇ ਨਾਂ 'ਤੇ ਫਿਰ ਉਹ ਬਹੁਤ ਮਹਿੰਗਾ ਵੇਚਿਆ ਜਾਂਦਾ ਆਪਣੇ ਐਥੀਕਲ ਨਾਂ 'ਤੇ, ਯਾਨੀ ਕਿ ਉਸ ਕੰਪਨੀ ਦਾ ਜਿਹੜਾ ਐਥੀਕਲ ਨਾਂ ਹੁੰਦਾ, ਉਹਦੀ ਕੰਪਨੀ ਦਾ ਆਪਣਾ ਨਾਂ ਰੱਖਿਆ ਹੁੰਦਾ, ਉਹਦੇ ਨਾਂ 'ਤੇ ਪ੍ਰਮੋਟ ਕਰਦੇ ਆ। ਬੜੇ ਵੱਡੇ ਉਹ ਬੈਨੀਫਿਟ ਦਿੰਦੇ ਆ, ਡਾਕਟਰਾਂ ਨੂੰ ਵੀ ਦਿੰਦੇ ਆ। ਸਭ ਤੋਂ ਜ਼ਿਆਦਾ ਜਿੰਨਾ ਕੁ ਡਾਕਟਰ ਦੀ ਪਰਚੀ ਜ਼ਿਆਦਾ ਹੁੰਦੀ ਹੈ ਉਸ ਹਿਸਾਬ ਨਾਲ ਉਹਨੂੰ ਬੈਨੀਫਿਟਸ ਦਿੰਦੇ ਆ। ਉਹ ਬੈਨੀਫਿਟਸ ਅੱਡ ਸ਼ਕਲਾਂ 'ਚ ਹੁੰਦੇ ਆ, ਗਿਫਟਾਂ ਦੀ ਸ਼ਕਲ 'ਚ ਵੀ ਹੁੰਦੇ ਆ, ਟੂਰਾਂ ਦੀ ਸ਼ਕਲ 'ਚ ਹੁੰਦੇ ਆ, ਕਾਨਫਰੰਸਾਂ ਦੀ ਸ਼ਕਲ ਚ ਹੁੰਦੇ ਆ, ਜਥੇਬੰਦੀਆਂ ਦੀਆਂ ਕਾਨਫਰੰਸਾਂ ਨੂੰ ਸਪੋਂਸਰ ਕੀਤਾ ਜਾਂਦਾ, ਲੱਖਾਂ ਕਰੋੜਾਂ ਰੁਪਏ ਦੇ ਕੇ ਤੁਹਾਡੇ ਫੋਰਨ ਟ੍ਰਿਪ ਸਪੋਂਸਰ ਕੀਤੇ ਜਾਂਦੇ ਆ, ਕੈਸ਼ ਪੇਮੈਂਟ ਕੀਤੀਆਂ ਜਾਂਦੀਆਂ ਨੇ, ਗਿਫਟ ਮਹਿੰਗੇ ਗਿਫਟ ਦਿੱਤੇ ਜਾਂਦੇ ਆ। ਤਾਂ ਭਾਂਤ ਦੇ ਜਿਹੜੇ ਨੇ ਉਹ ਇਕੱਲੇ ਡਾਕਟਰਾਂ ਨੂੰ ਦਿੰਦੇ, ਉਹ ਹੋਲਸੇਲਰਾਂ ਨੂੰ, ਅਤੇ ਜਿਹੜੇ ਬਹੁਤ ਵੱਡੇ ਰਿਟੇਲਰ ਹੁੰਦੇ ਉਹਨਾਂ ਨੂੰ ਵੀ ਇੱਦਾਂ ਦੇ ਜਿਹੜੇ ਇੰਟਾਈਸਮੈਂਟਸ ਦਿੰਦੀਆਂ ਨੇ ਕਿ ਤੁਸੀਂ ਜਿਹੜੀ ਹੈ ਸਾਡਾ, ਕਿਉਂਕਿ ਉਸੇ ਦਵਾਈ ਨੂੰ ਕਈ ਵਾਰੀ ਇੱਕ ਤੋਂ ਵੱਧ ਕੰਪਨੀਆਂ ਵੇਚ ਰਹੀਆਂ ਹੁੰਦੀਆਂ ਨੇ, ਅਤੇ ਕੰਪਨੀਆਂ ਫਿਰ ਆਪਣੇ ਵੱਧ ਤੋਂ ਵੱਧ ਗਿਫਟ ਦੇ ਕੇ, ਇਨਸੈਂਟਿਵ ਦੇ ਕੇ ਡਾਕਟਰਾਂ ਨੂੰ ਜਾਂ ਦੂਜੇ ਜਿਹੜੇ ਉਹਦੇ ਲੱਗੇ ਵਪਾਰ 'ਚ ਲੱਗੇ ਲੋਕ ਨੇ ਉਹਨਾਂ ਨੂੰ ਦੇ ਕੇ ਫਿਰ ਉਹ ਆਪਣੇ ਵੱਲ ਖਿੱਚਦੀਆਂ ਨੇ। ਫਿਰ ਉਹ ਮੋਲੀਕੂਲ ਜਿਹੜਾ ਹੁੰਦਾ ਉਹ ਡਰੱਗ ਹੁੰਦੀ ਹੈ ਜਿਹੜੀ 3 ਸਾਲ 4 ਸਾਲ 5 ਸਾਲ 10 ਸਾਲ ਪੂਰਾ ਜਿਸ ਲੋਕਾਂ ਦਾ ਲਹੂ ਚੂਸਦੀ ਹੈ। ਜਦੋਂ ਪੂਰੇ ਸਾਰੇ ਖਰਚੇ ਵੱਧ ਕੇ ਕਈ ਗੁਣਾ ਵੱਧ ਪ੍ਰੋਫਿਟ ਹੋ ਜਾਂਦਾ ਅਤੇ ਉਹ ਮੋਲੀਕੂਲ ਪੁਰਾਣਾ ਹੋ ਜਾਂਦਾ, ਤਾਂ ਫਿਰ ਉਸ ਮੋਲੀਕੂਲ ਨੂੰ ਉਹ ਲੈ ਜਾਂਦੇ ਆ ਜਨਰਿਕ 'ਚ, ਉਹਨੂੰ ਜਨਰਿਕ ਡਿਕਲੇਅਰ ਕਰ ਲੈਂਦੇ ਆ। ਜਨਰਿਕ ਅਤੇ ਐਥੀਕਲ ਦੇ ਵਿੱਚ ਫਰਕ ਕੀ ਹੈ? ਕੋਈ ਫਰਕ ਨਹੀਂ ਹੈ। ਹੁਣ ਵੀ ਜਨਰਿਕ ਦੇ ਵੀ ਨਾਂ ਨੇ। ਪਹਿਲੇ ਜ਼ਮਾਨੇ 'ਚ ਹੁੰਦਾ ਸੀ ਵੀ ਜਨਰਿਕ ਦਾ ਨਾਂ ਤੁਸੀਂ ਦਵਾਈ ਦਾ ਨਾਂ ਰੱਖਣਾ, ਆਪਣਾ ਨਾਂ ਨਹੀਂ ਰੱਖ ਸਕਦੇ। ਹੁਣ ਉਲਟਾ ਕਰਤਾ ਵੀ ਜਨਰਿਕ ਦਾ ਮਤਲਬ ਇਹ ਨਹੀਂ ਕਿ ਤੁਸੀਂ ਦਵਾਈ ਦਾ ਨਾਂ ਹੀ ਨਾ ਰੱਖੋ। ਉਹਦੇ 'ਚ ਬਹਾਨਾ ਇਹ ਮਾਰਿਆ ਗਿਆ ਵੀ ਤੁਹਾਡਾ ਜੀ ਉਹ ਜਦੋਂ ਤੁਸੀਂ ਸੈਂਪਲ ਭਰਦੇ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਕੰਪਨੀ ਦਾ, ਇਸ ਕਰਕੇ ਜਨਰਿਕ ਦਾ ਵੀ ਤੁਸੀਂ ਨਾਂ ਰੱਖੋ, ਤੁਸੀਂ ਜਨਰਿਕ ਡਿਕਲੇਅਰ ਕਰ ਲਓ ਉਹਨੂੰ, ਲੇਕਿਨ ਜਨਰਿਕ ਦਾ ਵੀ ਨਾਂ ਰੱਖੋ। ਪਰ ਉੱਤੇ ਜਨਰਿਕ ਲਿਖਦੇ ਕਿਉਂ ਨਹੀਂ? ਜਨਰਿਕ ਕੁਛ ਨਹੀਂ ਲਿਖਿਆ ਲਿਖਿਆ ਕੁਛ ਨਹੀਂ ਹੁੰਦਾ। ਉਹ ਸਿਰਫ ਲੈਣ ਵਾਲੇ ਨੂੰ ਪਤਾ ਵੀ ਇਹ ਜਨਰਿਕ ਦਾ ਕਿਤੇ, ਅਤੇ ਫਰਕ ਸਿਰਫ ਇੰਨਾ ਹੈ ਕਿ ਐਥੀਕਲ ਦੇ ਉੱਪਰ ਐਥੀਕਲ ਦੇ ਮਾਡਲ, ਐਥੀਕਲ ਵਾਲੇ ਨਾਂ ਨੂੰ ਉਹ ਪ੍ਰਮੋਟ ਕਰਦੇ ਆ ਬਹੁਤ ਜ਼ਿਆਦਾ,
ਤੇ ਡਾਕਟਰਾਂ ਨੂੰ ਪ੍ਰਮੋਸ਼ਨ ਦੇ ਉੱਪਰ ਬਹੁਤ ਜ਼ਿਆਦਾ ਪੈਸੇ ਖਰਚਦੇ ਆ, ਜਨਰਿਕ ਦੇ ਉੱਪਰ ਪ੍ਰਮੋਸ਼ਨ ਦੇ ਪੈਸੇ ਖਰਚਣੇ ਬੰਦ ਕਰ ਦਿੰਦੇ ਆ। ਫਿਰ ਉਹ ਕਿਤੇ ਪੈਸੇ ਖਰਚਦੇ ਆ, ਫਿਰ ਉਹਨੂੰ ਸਸਤਾ ਕਰ ਦਿੰਦੇ ਬਹੁਤ। ਉਹ ਸਸਤਾ ਕਰਕੇ ਪੇਸ਼ੈਂਟ ਨੂੰ ਨਹੀਂ ਸਸਤਾ ਕਰਦੇ, ਜਿਹੜੀ MRP ਹੈ ਉਹ ਉਹੀ ਰਹਿੰਦੀ ਹੈ ਲਗਭਗ, ਅਤੇ ਜਿਹੜੀ ਐਕਚੁਅਲ ਸੇਲ ਪ੍ਰਾਈਸ ਹੁੰਦੀ ਹੈ ਉਹਨੂੰ ਘਟਾ ਦਿੰਦੇ ਬਹੁਤ ਜ਼ਿਆਦਾ। ਉਹ ਕਿੰਨੀ ਘਟਾ ਸਕਦੇ ਆ, ਬੰਦਾ ਮਤਲਬ ਦੰਗ ਰਹਿ ਜਾਂਦਾ ਦੇਖ ਕੇ ਹੀ ਵੀ ਜਿਹੜੀ 2 ਰੁਪਏ ਦਾ ਪੱਤਾ ਹੈਗਾ ਉਹ ਤੁਹਾਨੂੰ 20 ਰੁਪਏ ਦਾ ਪੱਤਾ ਜਾਣਗੇ, 40 ਰੁਪਏ ਦਾ ਪੱਤਾ ਜਾਣਗੇ, 20 ਗੁਣਾ 40 ਗੁਣਾ ਇੰਨੀ ਜ਼ਿਆਦਾ ਵੀ ਪ੍ਰਾਈਸ ਉਹਦੀ ਹੁੰਦੀ ਹੈ। ਜਿਹੜੀ ਐਥੀਕਲ 'ਚ ਹੁੰਦਾ, ਐਥੀਕਲ 'ਚ ਕੀ ਹੁੰਦਾ ਕਿ ਜਿੰਨੀ ਤੁਹਾਡੀ MRP ਹੈ ਉਹਦੇ 'ਤੇ ਜਿਹੜੀ ਕੰਪਨੀ ਹੈ ਤੁਹਾਨੂੰ ਜਿਹੜੀ ਹੈ ਉਹਨੂੰ ਰਿਟੇਲਰ ਨੂੰ 20% ਦੇਗੀ, 25% ਦੇਗੀ ਵੱਧ ਤੋਂ ਵੱਧ, ਇਸ ਤੋਂ ਵੱਧ ਨਹੀਂ ਦਿੰਦੀ। ਜਿਹੜਾ ਜਨਰਿਕ ਦੀ ਹੋ ਗਈ ਉਹਦੇ 'ਚ ਕਿੰਨਾ ਹੋ ਗਿਆ, ਜੇ 2 ਰੁਪਏ ਦੀ ਗੋਲੀ ਹੈ ਅਤੇ ਜੋ 10 ਰੁਪਏ ਦੀ ਵੀ ਵੇਚ ਰਹੇ ਹੋ ਤੁਸੀਂ, ਵੈਸੇ ਤਾਂ 10 ਦੀ ਤਾਂ ਬਹੁਤ ਘੱਟ ਹੈ, 10 ਗੁਣਾ ਜ਼ਿਆਦਾ, 10 ਗੁਣਾ ਜ਼ਿਆਦਾ, ਕਿੱਥੇ 20-25% ਸੀਗਾ, ਕਿੱਥੇ 10 ਗੁਣਾ ਜ਼ਿਆਦਾ, ਯਾਨੀ ਕਿ 1000 ਗੁਣਾ ਜ਼ਿਆਦਾ, 1000% ਪ੍ਰੋਫਿਟ, 100% ਡਬਲ ਹੋ ਗਿਆ। 10 ਗੁਣਾ ਦਾ ਮਤਲਬ 1000% ਪ੍ਰੋਫਿਟ। ਤਾਂ ਇਹ ਜਿਹੜਾ ਹੈਗਾ ਉਹਦੇ 'ਚ ਫਿਰ ਕੀ ਹੁੰਦਾ, ਉਹਦੇ 'ਚ ਕੀ ਹੋਏਗਾ ਕਿ ਕਿਉਂਕਿ ਉਹਦੇ 'ਚ ਹੁਣ ਪਤਾ ਉਹਨਾਂ ਲੋਕਾਂ ਕਿ ਵੀ ਜਿਹੜੇ ਬਹੁਤ ਵਾਸਟ ਮੈਜੋਰਟੀ ਹੈ ਉਹਦੀ ਪੇਇੰਗ ਕੈਪੈਸਿਟੀ ਨਹੀਂ ਹੈਗੀ, ਉਹਦੀ ਪਰਚੇਜ਼ਿੰਗ ਪਾਵਰ ਨਹੀਂ ਹੈ। ਜਦੋਂ ਰਿਲੇਟਿਵਲੀ ਪਰਚੇਜ਼ਿੰਗ ਪਾਵਰ ਵੱਧ ਵਾਲੇ ਜਾਂ ਸੀਰੀਅਸ ਪੇਸ਼ੈਂਟ ਜਿਨ੍ਹਾਂ ਨੇ ਵਿਚਾਰੇ ਨੇ ਆਪਣੇ ਗਹਿਣੇ ਵੇਚ ਕੇ, ਜ਼ਮੀਨਾਂ ਵੇਚ ਕੇ, ਕਰਜ਼ੇ ਚੱਕ ਕੇ ਫਿਰ ਦਵਾਈ ਲੈਣੀ ਹੁੰਦੀ ਹੈ, ਉਹ ਮਹਿੰਗੇ ਮਾਲੀਕੂਲ ਜਦੋਂ ਨਵਾਂ ਮਾਲੀਕੂਲ ਹੁੰਦਾ ਤਾਂ ਉੱਧਰ ਲੁੱਟ ਲੈਂਦੇ ਪੂਰਾ। ਫਿਰ ਜਦੋਂ ਆ ਜਾਂਦਾ ਹੈ ਕਿ ਹੁਣ ਜਿਹੜਾ ਬੰਦਾ ਅਜੇ ਨਾ ਤਾਂ ਬਹੁਤਾ ਬਿਮਾਰ ਹੈ, ਆਪਣਾ ਸੋਨਾ ਵੇਚਣ ਨੂੰ ਤਿਆਰ ਨਹੀਂ ਹੈਗਾ, ਉਹ ਜ਼ਮੀਨ ਵੇਚਣ ਨੂੰ ਤਿਆਰ ਨਹੀਂ ਹੈ, ਅਤੇ ਨਾ ਉਹਦੀ ਪੇਇੰਗ ਕੈਪੈਸਿਟੀ ਹੈ, ਪਰਚੇਜ਼ਿੰਗ ਪਾਵਰ ਹੈ, ਉਹਦੇ ਵਾਸਤੇ ਫਿਰ ਸਸਤਾ ਕਰਨ ਵਾਸਤੇ ਉਹ ਕੀ ਕਰਦੇ ਆ, ਉਹ ਫਿਰ ਸਾਰਾ ਜਿਹੜਾ ਮਾਰਜਨ ਹੈ ਉਹ ਜਾਂ ਤਾਂ ਰਿਟੇਲਰ ਨੂੰ ਦੇਤਾ, ਰਿਟੇਲਰ ਦੀ ਮਰਜ਼ੀ 'ਤੇ ਛੱਡਤਾ ਵੀ ਤੂੰ ਜਿਹੜੀ ਮਰਜ਼ੀ ਵੇਚ। ਤੇਰੇ ਕੋਲ ਮੰਨ ਲਓ ਆ ਗਈ ਕੋਈ ਦਵਾਈ ਐਥੀਕਲ ਲਿਖੀ ਅਤੇ ਉਹ ਦੂਜੀ ਕੰਪਨੀ ਦੀ ਫੜਾ ਦਿੰਦੇ, ਦੇਖੋ ਜੀ ਕੰਪਨੀ ਤਾਂ ਇਹ ਵੀ ਚੰਗੀ ਹੈ ਜੀ, ਦੇਖੋ ਆਹ ਕਹਿੰਦੇ ਕਿੰਨੀ ਵਧੀਆ ਕੰਪਨੀ ਆ, ਕੋਈ ਮਾੜੀ ਕੰਪਨੀ ਥੋੜ੍ਹਾ, ਸਾਰੀਆਂ ਕੰਪਨੀਆਂ ਵਧੀਆ ਨੇ। ਉਹਦੀਆਂ ਮਾੜੀਆਂ ਕੰਪਨੀਆਂ ਹੁੰਦੀਆਂ ਸੀ ਨਾ ਕਿਸੇ ਜ਼ਮਾਨੇ 'ਚ, ਕੁਲਵੰਤ ਜੀ ਮਸ਼ਹੂਰ ਹੁੰਦੀਆਂ ਸੀਗੀਆਂ ਕਿ ਜਿਹੜੀਆਂ ਜਨਰਿਕ ਵਾਲੀਆਂ ਕੰਪਨੀਆਂ ਨੇ ਉਹ ਨਿਖੱਧ ਕੰਪਨੀਆਂ ਨੇ, ਉਹ ਨਹੀਂ ਰਿਹਾ ਹੁਣ ਜ਼ਮਾਨਾ, ਉਹ ਸਾਰੀਆਂ ਕੰਪਨੀਆਂ ਬਾਹਰ ਹੋ ਗਈਆਂ ਕਿਉਂਕਿ ਮਲਟੀਨੈਸ਼ਨਲ ਕੰਪਨੀਆਂ ਖੁਦ ਹੀ ਜਨਰਿਕ 'ਚ ਆ ਗਈਆਂ। ਮਲਟੀਨੈਸ਼ਨਲ ਕੰਪਨੀਆਂ ਖੁਦ ਮਾੜਾ ਬਣਾਉਣ ਲੱਗ ਗਈਆਂ, ਮਤਲਬ ਇਹ ਕਹਿ ਸਕਦੇ ਹਾਂ? ਨਹੀਂ, ਮਾੜਾ ਨਹੀਂ ਬਣਾਉਣ ਲੱਗ ਗਈਆਂ, ਉਹ ਪੁਰਾਣਾ ਮਾਲੀਕੂਲ ਨੂੰ ਸਸਤਾ ਵੇਚਣ ਲੱਗ ਗਈਆਂ, ਕਿਉਂਕਿ ਆਲਰੇਡੀ ਉਹਨਾਂ ਦੇ ਸੁਪਰ ਪ੍ਰੋਫਿਟਸ ਲੈ ਚੁੱਕੇ ਹੋ। ਉਹ ਤਾਂ ਹੁਣ ਉਹਨਾਂ ਦਾ ਮਾਲੀਕੂਲ ਸਿਰਫ ਨਿਖਿੱਧ ਹੈ, ਉਸ ਵੇਲੇ ਉਹ ਕੰਮ ਕਰਦਾ ਜਾਂ ਨਹੀਂ ਕਰਦਾ, ਬਹੁਤੀ ਵਾਰੀ ਕੰਮ ਕਰ ਵੀ ਰਿਹਾ ਹੁੰਦਾ ਕਿਸੇ ਹੱਦ ਤੱਕ, ਲੇਕਿਨ ਉਹਨਾਂ ਨੇ ਆਪਣਾ ਜਿਹੜਾ ਸਾਰਾ ਖਾਤਾ ਸੀ ਪੂਰਾ ਕਰ ਲਿਆ, ਸੁਪਰ ਪ੍ਰੋਫਿਟ ਵੀ ਕਮਾ ਲਏ, ਖਰਚੇ ਵੀ ਕੱਢ ਲਏ, ਸਾਰਾ ਕੁਝ ਕਰ ਲਿਆ। ਹੁਣ ਉਹਨਾਂ ਕੋਲ ਉਹ ਮਾਲੀਕੂਲ ਜਿਹੜਾ ਉਹ ਪਿੱਛੇ ਲੈ ਜਾਂਦੇ, ਉਹ ਨਵੇਂ ਮਾਲੀਕੂਲ ਹੋਰ ਕੱਢ ਲੈਂਦੇ ਆ। ਤਾਂ ਉਹਦੇ 'ਚ ਫਿਰ 2 ਬੰਦਿਆਂ ਨੂੰ ਇਨਸੈਂਟਿਵ ਦਿੰਦੇ ਆ, ਉਹ ਇੱਕ ਦਿੰਦੇ ਆ ਰਿਟੇਲਰ ਨੂੰ, ਰਿਟੇਲਰ ਦੀ ਛੁੱਟੀ ਹੋ ਗਈ ਨਾ, ਰਿਟੇਲਰ ਨੂੰ 2 ਰੁਪਏ ਦਾ ਪੱਤਾ ਦੇ ਕੇ ਉਹਨੂੰ ਕਿਹਾ ਵੀ 20 ਰੁਪਏ ਦਾ ਵੇਚ ਲੈ, ਉਹ 20 ਦੇ ਬਾਅਦ ਬੋਰਡ ਲਾ ਦਿੰਦਾ 18% ਆਫ, ਵੱਧ ਤੋਂ ਵੱਧ ਤੁਸੀਂ ਦੇਖੋਗੇ 18% 20% ਆਫ ਲਾਇਆ ਵਾ ਨਾ, ਲੇਕਿਨ ਐਕਚੁਅਲ ਕਿੰਨਾ, ਐਕਚੁਅਲ ਹੈਗਾ 1000%, 18% ਨਹੀਂ 1000%, 18% ਆਫ ਕਰਕੇ ਵੀ ਮੰਨ ਲਓ 2 ਰੁਪਏ ਵਾਲੀ ਗੋਲੀ ਤੁਸੀਂ 10 ਰੁਪਏ ਦੀ ਵੇਚ ਰਹੇ ਹੋ, ਅਤੇ ਜੇ 18% ਦਾ ਕੱਢਤਾ ਤਾਂ ਕਿੰਨਾ, 2 ਰੁਪਏ ਘਟੇ, 8 ਰੁਪਏ ਦੀ ਵਿਕੀ, ਉਹ ਫਿਰ ਵੀ 2 ਰੁਪਏ ਵਾਲੇ ਦੀ 8 ਰੁਪਏ ਦੀ ਵੇਚ ਰਹੇ ਹੋ ਤੁਸੀਂ, ਅਤੇ ਕਿੰਨਾ 800 ਗੁਣਾ ਨਾ 400 ਗੁਣਾ ਪ੍ਰੋਫਿਟ 'ਤੇ ਵੇਚ ਰਹੇ ਹੋ। ਕਿੱਥੇ ਕੌਣ ਦਿੰਦਾ 400 ਗੁਣਾ ਪ੍ਰੋਫਿਟ? ਐਥੀਕਲ ਕੰਪਨੀ ਦਾ 20% ਦਿੰਦੀ ਹੈ ਜਾਂ 25% ਦਿੰਦੀ ਹੈ, ਦੇਣਾ ਵੀ ਇੰਨਾ ਕੁ ਚਾਹੀਦਾ ਤਾਂ, ਲੇਕਿਨ ਨਹੀਂ, ਉਹ ਦੂਜਾ ਜਿਹੜੇ ਜਨਰਲ ਪ੍ਰੈਕਟੀਸ਼ਨਰਸ ਨੇ, ਡਾਕਟਰ ਨੇ, ਜਿਹੜੇ ਖੁਦ ਦਵਾਈਆਂ ਦਿੰਦੇ ਆ, ਉਹਦਾ ਜਨਰਿਕ ਦਾ ਕੀ ਹੋਇਆ ਕਿ ਹੁਣ ਤੁਸੀਂ ਦੇਖੋਗੇ ਇੱਕ ਪਿਛਲੇ ਸਮਿਆਂ 'ਚ ਤਬਦੀਲੀ, ਮੈਂ ਬੜਾ ਹੈਰਾਨ ਹੋ ਗਿਆ ਦੇਖ ਕੇ ਵੀ ਮੈਡੀਕਲ ਕਾਲਜਾਂ ਦੇ ਪ੍ਰੋਫੈਸਰ ਲੈਵਲ ਦੇ ਬੰਦੇ ਜਿਹੜੇ ਕਿ ਦਵਾਈ ਦੇਣਾ ਆਪਣੇ ਹੱਥ ਨਾਲ ਤੱਕ ਸਮਝਦੇ ਸੀਗੇ, ਉਹ ਸਮਝਦੇ ਸੀ ਸਾਡਾ ਕੰਮ ਤਾਂ ਸਿਰਫ ਪੈਨ ਚਲਾਉਣਾ, ਪਰਚੀ ਲਿਖਣਾ, ਅਸੀਂ ਤਾਂ ਤੁਸੀਂ ਦਵਾਈ ਜਿੱਥੋਂ ਮਰਜ਼ੀ ਲਓ ਜਾ ਕੇ, ਉਹ ਆਪਣੇ ਕੋਲੇ ਦਵਾਈਆਂ ਰੱਖ ਰਹੇ ਆ। ਕਿਉਂ? ਕਿਉਂਕਿ ਪ੍ਰੋਫਿਟ ਹੀ ਬਹੁਤ ਜ਼ਿਆਦਾ। ਅਗਲਾ ਕਹਿੰਦਾ ਮੈਨੂੰ 500 ਰੁਪਏ ਦਾ ਪੇਸ਼ੈਂਟ ਮਰੀਜ਼ ਦੇ ਗਿਆ ਪਰਚੀ ਫੀਸ ਦਾ, ਅਤੇ ਦਵਾਈ ਜੇ ਮੈਂ ਬਾਹਰੋਂ ਲੈਣਾ ਤਾਂ 500 ਰੁਪਏ ਦਾ ਮਰੀਜ਼ ਦੇ ਵੱਲੋਂ ਤਾਂ ਜਾਣਾ ਹੀ ਜਾਣਾ, ਉਹ ਕੈਮਿਸਟ ਕਮਾਏਗਾ, ਮੈਂ ਕਿਉਂ ਨਾ ਕਮਾਵਾਂ, ਉਹ ਦਵਾਈ ਵੀ ਆਪਣੇ ਕੋਲ ਰੱਖਣ ਲੱਗ ਗਿਆ। ਸੋ 2 ਬੰਦਿਆਂ ਨੂੰ ਉਹਨੇ ਪ੍ਰੋਫਿਟ ਦੇ ਦਿੱਤਾ, ਕੈਮਿਸਟ ਨੂੰ ਖੁੱਲ੍ਹੀ ਛੁੱਟੀ ਦਿੱਤੀ ਵੀ ਤੂੰ ਜੋ ਮਰਜ਼ੀ ਕਰ, ਤੂੰ ਆ 2 ਰੁਪਏ ਦੀ ਦਵਾਈ, ਅਸੀਂ ਤੈਨੂੰ MRP 10 ਰੁਪਏ ਲਿਖਤਾ ਇਹਦੇ ਉੱਪਰ, ਤੂੰ 10 ਦੀ ਵੇਚਣੀ 10 ਦੀ ਵੇਚ, 8 ਦੀ ਵੇਚਣੀ 8 ਦੀ ਵੇਚ, 4 ਦੀ ਵੇਚਣੀ 4 ਦੀ ਵੇਚ, ਸਾਨੂੰ ਨਹੀਂ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਸੇਮ ਪ੍ਰੈਕਟੀਸ਼ਨਰ ਨੂੰ ਕਰਤਾ, ਮਰੀਜ਼ ਜਾ ਕੇ ਦੇਖਦਾ ਡਾਕਟਰ ਸਾਹਿਬ ਨੇ ਤਾਂ ਛੱਡਤਾ, ਸਸਤੀ ਲਾਤੀ ਦਵਾਈ ਤਾਂ ਇੰਨੇ ਦੀ ਬਣਦੀ ਆ, ਡਾਕਟਰ ਸਾਹਿਬ ਦੇ ਉਹ ਮਰੀਜ਼ ਉਹਨੂੰ ਵਿਚਾਰੇ ਨੂੰ ਭੋਲੇ ਨੂੰ ਕੀ ਪਤਾ ਵੀ ਇਹ ਤਾਂ ਤੇਰੇ ਠੱਗੀ ਲਾਈ ਜਾ ਰਹੀ ਹੈ। ਤਾਂ ਉਹ ਇਸ ਕਿਸਮ ਦਾ ਜਿਹੜਾ ਠੱਗੀ ਠੋਰੀ ਹੈ, ਇਹ ਜਨਰਿਕ ਤੇ ਵਰਸਸ ਇੱਥੇ ਐਥੀਕਲ ਦਾ ਮਸਲਾ ਹੈ, ਜਿਹੜਾ ਕਿ ਕੰਪਨੀਆਂ ਨੇ ਨੋਇੰਗਲੀ ਕੀਤਾ ਕਿ ਤਾਂ ਕਿ ਉਹਨਾਂ ਦੇ ਜਾਲ 'ਚੋਂ ਕੋਈ ਵਿਅਕਤੀ, ਕੋਈ ਕੈਟੇਗਰੀ ਬਚ ਨਾ ਸਕੇ।
ਪਹਿਲਾਂ ਨਵਾਂ ਮੋਲੀਕੂਲ ਕੱਢ ਕੇ ਲੁੱਟ ਲਿਆ ਡਾਕਟਰਾਂ ਨੂੰ ਪ੍ਰਚਾਰ ਨਾਲ ਕਿ ਵੀ ਸਾਡਾ ਮੋਲੀਕੂਲ ਤਾਂ ਤਾਰੇ ਤੋੜ ਲਿਆਊਗਾ, ਤਾਰੇ ਤੁਰੇ ਜਿਹੜੇ ਟੁੱਟਣੇ ਉਹੀ ਟੁੱਟਣੇ ਆ। ਅਤੇ ਮੁੜ ਕੇ ਜਦੋਂ ਸਾਰਿਆਂ ਨੂੰ ਕਲੀਅਰ ਹੋ ਗਿਆ ਵੀ ਇੰਨੇ ਕੀ ਤਾਰੇ ਤੋੜਦਾ ਹੈ ਤਾਂ ਉਹਨੇ, ਤਾਂ ਉਦੋਂ ਬਾਅਦ ਫਿਰ ਉਹਨੂੰ ਜਨਰਿਕ 'ਚ ਲੈ ਜਾਂਦਾ। ਫਿਰ ਜਨਰਿਕ 'ਚ ਕਈ ਸਾਲ ਚੱਲ ਜਾਂਦਾ ਉਹ, ਇੱਕ ਮੋਲੀਕੂਲ 50-50 ਸਾਲ 40 ਸਾਲ ਚੱਲੀ ਜਾਂਦਾ। ਉਹ ਇਹਨੇ 'ਚ ਕੰਪਨੀ ਦੀ ਚਾਹੁੰਦੀ ਹੈ। ਬੜੀਆਂ ਕੰਪਨੀਆਂ, ਹਿਊਜ ਕੰਪਨੀਆਂ ਨੇ, ਦਿਓ ਕਦ ਕੰਪਨੀਆਂ ਨੇ, ਹਜ਼ਾਰਾਂ ਕਰੋੜ ਦੇ ਉਹਨਾਂ ਦੇ ਬਿਜ਼ਨਸ ਨੇ। ਸੋ ਉਹ ਕਮਾਈ ਜਾਂਦੇ ਲੋਕਾਂ ਦੀ ਜੇਬਾਂ ਕੱਟੀਆਂ ਜਾ ਰਹੀਆਂ ਨੇ, ਉਹਦੇ 'ਚ ਲੋਕਾਂ ਦੇ ਕੋਈ ਪੱਲੇ ਨਹੀਂ ਪੈ ਰਿਹਾ। ਇਹ ਹੈ ਜਨਰਿਕ ਵਰਸਸ ਐਥੀਕਲ ਦਾ ਮਸਲਾ। ਇਹ ਕੋਈ ਹੁਣ ਇੱਕ ਦੋ ਚਾਰ ਦਵਾਈਆਂ ਨਹੀਂ ਹੈਗੀਆਂ। ਹੁਣ ਤੁਸੀਂ ਉਦਾਹਰਨਾਂ ਦੇਣੀਆਂ ਚਾਹੋ ਤਾਂ ਸੈਂਕੜੇ ਉਦਾਹਰਨਾਂ ਨੇ। ਐਸਾ ਮਤਲਬ ਉਹ ਪੂਰੇ ਦਾ ਪੂਰਾ ਤੁਸੀਂ ਬਾਜ਼ਾਰ ਹੋਲਸੇਲ ਮਾਰਕੀਟ ਚਲੇ ਜਾਓ, ਜਨਰਿਕ ਦੇ ਐਥੀਕਲ ਤੁਸੀਂ ਡਿਫਰੈਂਸ਼ੀਏਟ ਨਹੀਂ ਕਰ ਸਕਦੇ। ਪੈਕਿੰਗ ਬੁਕਿੰਗ ਵੀ ਕੋਈ ਮਾੜੀ ਨਹੀਂ ਹੈ ਉਹਦੀ। ਪਹਿਲਾਂ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਨਿੱਕੀਆਂ ਕੰਪਨੀਆਂ ਹੁੰਦੀਆਂ ਸੀਗੀਆਂ, ਉਹ ਲੂਜ਼ ਦਿੰਦੀਆਂ ਹੁੰਦੀਆਂ ਸੀ ਦਵਾਈਆਂ ਡੱਬਿਆਂ 'ਚ ਬੰਦ ਕਰਕੇ, ਅਤੇ ਉਹ ਇਸ ਕਰਕੇ ਸਸਤੀਆਂ ਹੋ ਜਾਂਦੀਆਂ ਸੀ। ਅੱਜ ਤੁਸੀਂ ਔਸ਼ਾ ਦਾ ਪਿੱਛਾ ਟਰੇਸ ਕਰੋ, ਤੁਸੀਂ ਬੱਦੀ ਚਲੇ ਜਾਓ, ਜਾ ਕੇ ਪੁੱਛੋ ਤੇ ਬੱਦੀ ਵਾਲਿਆਂ ਨੂੰ, ਮੇਰੇ ਤਾਂ ਦੋਸਤ ਬਹੁਤ ਨੇ ਨਾ, ਉਹ ਕੀ ਕਰਦੇ ਆ, ਉਹ ਜਿਹਨੂੰ ਪੁੱਛੋ ਵੀ ਤੇਰਾ ਰਾ ਮਟੀਰੀਅਲ ਕਿੱਥੋਂ ਆਉਂਦਾ, ਰਾ ਮਟੀਰੀਅਲ ਇੱਕੋ ਥਾਂ ਤੋਂ ਆ ਰਿਹਾ, ਇੱਕੋ ਹੀ ਕਨਰ ਜਿੱਥੋਂ ਵੀ ਆ ਰਿਹਾ ਇੱਕੋ ਹੀ ਥਾਂ ਤੋਂ ਆ ਰਿਹਾ, ਜਨਰਿਕ ਦਾ ਵੀ ਅਤੇ ਐਥੀਕਲ ਦਾ ਵੀ। ਇੱਕੋ ਹੀ ਔਰ ਬਹੁਤ ਵਾਰੀ ਕੰਪਨੀ ਉਹੀ ਦਵਾਈ ਅੱਡ ਨਾਂ 'ਤੇ ਵੇਚ ਰਹੀ ਹੈ ਐਥੀਕਲ 'ਚ, ਅੱਡ ਨਾਂ 'ਤੇ ਵੇਚ ਰਹੀ ਹੈ ਜਨਰਿਕ 'ਚ। ਸੇਮ ਇੱਕੋ ਥਾਂ ਤੋਂ ਸਾਲਟ ਆ ਰਿਹਾ, ਇੱਕੋ ਹੀ ਫੈਕਟਰੀ 'ਚ ਉਹ ਗੋਲੀਆਂ ਬਣ ਰਹੀਆਂ ਨੇ, ਇੱਕੋ ਹੀ ਫੈਕਟਰੀ 'ਚ ਪੈਕਿੰਗ ਹੋ ਰਹੀ ਹੈ, ਦੋ ਨਾਵਾਂ 'ਤੇ ਹੋ ਰਹੀ ਹੈ, ਠੀਕ ਹੈ, ਸੇਮ ਦਵਾਈ, ਕੋਈ ਫਰਕ ਨਹੀਂ ਹੈ। ਜਿਹੜਾ ਡਾਕਟਰ ਬੜਾ ਆਪਣੇ ਆਪ ਨੂੰ ਪੌਸ਼ ਸਮਝਦਾ ਉਹ ਐਥੀਕਲ ਲਿਖਦਾ। ਉਹ ਕਹਿੰਦਾ ਵੀ ਮਰੀਜ਼ 'ਤੇ ਰੋਹ ਪਾਉਣ ਲਈ ਜ਼ਰੂਰੀ ਹੈ ਵੀ ਦਵਾਈ ਮਹਿੰਗੀ ਹੋਵੇ ਤਾਂ ਜ਼ਿਆਦਾ, ਮਰੀਜ਼ ਵੀ ਇਹੋ ਜਿਹੇ ਹੈਗੇ ਆ। ਅਮੀਰ ਆਦਮੀ ਨੂੰ ਜੇ ਤੁਸੀਂ ਜਨਰਿਕ ਲਿਖਦੇ ਹੋ ਤਾਂ ਉਹ ਬੜੀ ਹੱਦ ਤੱਕ ਸਮਝਦਾ ਵੀ ਮੈਨੂੰ ਸਸਤੀ ਦਵਾਈ ਦੇ ਦਿੱਤੀ ਡਾਕਟਰ ਨੇ, ਮੇਰੀ ਬੇਇੱਜ਼ਤੀ ਕਰਤੀ। ਉਹਦੇ ਕੋਲ ਪੈਸਾ ਖੁੱਲ੍ਹਾ, ਉਹ ਅਗਲਾ ਨਹੀਂ ਲੈਂਦਾ, ਕਹਿੰਦਾ ਮੈਂ ਤਾਂ ਬੈਸਟ ਦਵਾਈ ਲਊਂਗਾ। ਉਹਨੂੰ ਅਜੇ ਵੀ ਗਲਤਫਹਿਮੀ ਹੈ ਵੀ ਐਥੀਕਲ ਅਤੇ ਜਨਰਿਕ 'ਚ ਕੋਈ ਫਰਕ ਨਹੀਂ ਹੁੰਦਾ। ਹੁਣ ਅਲਟੀਮੇਟਲੀ ਜਦੋਂ ਸਾਰਾ ਕੁਝ ਹੋਇਆ, ਲੋਕਾਂ ਨੇ ਰੌਲਾ ਪਾਇਆ ਵੀ ਤੁਸੀਂ ਕੀ ਕਰ ਰਹੀਆਂ ਸਰਕਾਰਾਂ, ਅਤੇ ਹੁਣ ਸਰਕਾਰ ਨੇ ਆਪਣੇ ਹਸਪਤਾਲਾਂ 'ਚ ਉਹ ਜਨਰਿਕ ਦੀਆਂ ਦੁਕਾਨਾਂ ਖੋਲ੍ਹਤੀਆਂ। ਤੁਸੀਂ ਰਜਿੰਦਰਾ ਹਸਪਤਾਲ ਦੇਖੋ, ਜਨਰਿਕ ਦੀ ਦੁਕਾਨ ਖੁੱਲ੍ਹੀ ਪਈ ਹੈ, ਬਾਹਰ ਵੀ ਸਾਰੇ ਪਾਸੇ ਜਿਹੜੇ ਦੂਜੇ ਕੈਮਿਸਟ ਨੇ, ਨਹੀਂ ਬਹੁਤ ਕੈਮਿਸਟ ਮਿਕਸਡ ਨੇ। ਓਨਲੀ ਜਨਰਿਕ ਦੀਆਂ ਦਵਾਈਆਂ ਬਹੁਤ ਕੈਮਿਸਟ ਸ਼ਾਪ ਬਹੁਤ ਘੱਟ ਨੇ, ਉਹ ਹਸਪਤਾਲਾਂ ਦੇ ਵਿੱਚ ਹੈਗੀਆਂ ਨੇ ਸਸਤੀਆਂ ਦਵਾਈਆਂ ਦੀ ਦੁਕਾਨ ਕਹਿ ਕੇ। ਅਤੇ ਸਰਕਾਰ ਆਪਣੀ ਸ਼ਾਪ ਪਰਚੇਜਿੰਗ ਜਿਹੜੀ ਸਰਕਾਰੀ ਹਸਪਤਾਲ ਦਿੰਦੇ ਹੋ ਉਹ ਵੀ ਜਨਰਿਕ ਦੀ ਕਰਦੀ ਹੈ। ਤੁਸੀਂ ਹਿਸਾਬ ਲਾ ਲਓ, ਤੁਸੀਂ ਇਹਦੇ ਕੁਆਲਿਟੀ ਦਾ ਤਾਂ ਕੋਈ ਫਰਕ ਨਹੀਂ ਹੈ। ਇਹਦਾ ਮਤਲਬ ਪਿਓਰ ਠੱਗੀ ਹੈ, ਅਤੇ ਪਿਓਰ ਭੋਲੇ ਬੰਦਾ ਲੋਕਾਂ ਦਾ ਫਾਇਦਾ ਉਠਾਇਆ ਜਾ ਰਿਹਾ। ਭੋਲੇ ਗਰੀਬ ਲੋਕ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਲੁੱਟ ਲਓ, ਇੱਧਰੋਂ ਲੁੱਟ ਜਾਂਦੇ ਉੱਧਰੋਂ ਲੁੱਟ ਲਓ। ਜੋ ਜ਼ਿਆਦਾ ਬਿਮਾਰ ਹੋ ਗਏ ਤਾਂ ਵੈਸੇ ਵਿਚਾਰੇ ਉਹ ਡਰਦੇ ਮਾਰੇ ਹੀ ਆਪਣਾ ਘਰ-ਬਾਰ ਵੇਚ ਦੇਣਗੇ ਅਤੇ ਤੁਹਾਡੀਆਂ ਦਵਾਈਆਂ ਲੈਣਗੇ। ਜੇ ਘੱਟ ਬਿਮਾਰ ਨੇ ਤਾਂ ਉਹ ਦੂਜੇ ਪਾਸੇ ਫਸ ਜਾਣਗੇ। ਉਹ ਸਸਤੇ 'ਚ ਵੀ ਤੁਹਾਡਾ ਜਿਹੜਾ ਘਰ ਹੈ, ਤੁਹਾਡਾ ਪ੍ਰੋਫਿਟ ਤੁਹਾਡਾ ਪੂਰਾ ਹੋ ਗਿਆ, ਕਿਉਂਕਿ ਉਧਰ MRP ਬਹੁਤ ਜ਼ਿਆਦਾ ਹੈ ਅਤੇ ਐਕਚੁਅਲ ਪਰਚੇਜ਼ ਬਹੁਤ ਥੋੜ੍ਹੀ ਆ। ਬਾਕੀ ਜਿਹੜੀ ਹੈਗੀ ਆ ਉਹ ਜਨਰਿਕ ਤੋਂ ਇਲਾਵਾ ਬਹੁਤ ਠੱਗੀ ਠੋਰੀ ਹੈ। ਜਿੰਨੇ ਤੁਹਾਡੇ ਆਹ ਸਰਜੀਕਲ ਦੀਆਂ ਆਈਟਮਾਂ ਨੇ, ਕੈਥੀਟਰਸ ਨੇ, ਆਹ ਤੁਹਾਡੇ ਹਾਰਟ ਵਾਲੇ ਕੈਥੀਟਰ ਨੇ, ਤੁਹਾਡੇ ਗੋਡੇ ਗਾਡੇ ਪੈਣ ਵਾਲੇ ਆ, ਹੋਰ ਸਾਰੇ ਹਾਰਡਵੇਅਰ ਨੇ, ਹਰ ਚੀਜ਼ 'ਚ ਜਿਹੜੀ ਹੈ ਉਹ ਇੱਦਾਂ ਦਾ ਹੀ ਹਿਸਾਬ ਕਿਤਾਬ ਹੈ। ਉਹਦੇ 'ਚ ਕੈਮਿਸਟ, ਡਾਕਟਰ ਅਤੇ ਕੰਪਨੀਆਂ ਮਿਲ ਜਾਂਦੀਆਂ ਨੇ ਆਪਸ 'ਚ, ਅਤੇ ਮਿਲ ਕੇ ਆਮ ਬੰਦੇ ਨਾਲ ਠੱਗੀ ਹੁੰਦੀ ਹੈ ਬਹੁਤ। ਜਿਹੜੀਆਂ ਪਲੇਟਾਂ ਜਿਹੀਆਂ ਪੈਂਦੀਆਂ ਨੇ ਇਹ ਹਜ਼ਾਰਾਂ ਰੁਪਏ ਦੀਆਂ ਪੈਂਦੀਆਂ ਨੇ, ਇਹ ਇੰਨਾ ਮਹਿੰਗਾ ਹੁੰਦਾ ਜੀ? ਨਹੀਂ, ਉਹ ਠੱਗੀ ਥੋੜ੍ਹੀ ਬਹੁਤ ਜ਼ਿਆਦਾ, ਬਹੁਤ ਠੱਗੀ ਆ। ਉਹ ਡਾਕਟਰ ਅਤੇ ਕੈਮਿਸਟ ਅਤੇ ਕੰਪਨੀਆਂ ਮਿਲ ਕੇ ਕਰਦੀਆਂ ਨੇ। ਤੁਸੀਂ ਇਮੈਜਿਨ ਕਰੋਗੇ ਜਿਹੜੀਆਂ ਅਪਲਾਇੰਸਸ ਨੇ ਔਰਥੋ ਦੀਆਂ ਜਾਂ ਹੋਰ, ਇਹ ਕੰਪਨੀਆਂ ਕੈਮਿਸਟ ਨੂੰ ਦਿੰਦੀਆਂ ਹੀ ਨਹੀਂ। ਕਿਉਂਕਿ ਡਾਕਟਰਾਂ ਦੇ ਕੰਪਨੀਆਂ ਸਿੱਧਾ ਡਾਕਟਰ ਨਾਲ ਡੀਲ ਕਰਦੀਆਂ ਨੇ, ਇੱਕ ਕੈਮਿਸਟ ਨੂੰ ਦੇਣਗੀਆਂ। ਤੁਸੀਂ ਪਟਿਆਲੇ 'ਚ ਪਾਉਂਗੇ ਇੱਕੋ ਹੀ ਕੈਮਿਸਟ ਹੈ ਜਿਹੜਾ ਡੀਲ ਕਰਦਾ ਇਹਦੇ ਨਾਲ, ਉਸੇ ਦੇ ਕੋਲ ਜਾਣਾ ਪਏਗਾ। ਕਿਉਂਕਿ ਹਰ ਕੈਮਿਸਟ ਨੂੰ ਦੇ ਦੇਣਗੇ ਉਹ, ਤਾਂ ਫਿਰ ਤਾਂ ਉਹ ਈਜ਼ੀਲੀ ਅਵੇਲੇਬਲ ਹੋ ਗਿਆ, ਫਿਰ ਡਾਕਟਰ ਮਾਈਨਸ ਹੋ ਗਿਆ ਵਿੱਚੋਂ। ਹੁਣ ਉਹ ਡਾਕਟਰ ਦੇ ਰਾਹੀਂ ਜਾਏਗੀ ਪਰਚੀ, ਉਸ ਕੈਮਿਸਟ ਕੋਲ ਜਾਏਗੀ, ਉਹਨੂੰ ਪਤਾ ਵੀ ਕਿਹੜੇ ਡਾਕਟਰ ਨੇ ਲਿਖੀ ਹੈ। ਸੋ ਟਰਾਇੰਗਲ ਪੂਰੀ ਹੋ ਗਈ, ਡਾਕਟਰ, ਕੈਮਿਸਟ, ਕੰਪਨੀ, ਤਿੰਨੋਂ ਰਲ ਜਾਂਦੇ ਆ ਆਪਸ 'ਚ। ਸੋ ਕੋਈ ਲੋਕਾਂ ਦਾ ਇੰਟਰਸਟ ਵਾਚ ਕਰਨ ਵਾਲਾ ਤਾਂ ਹੈ ਨਹੀਂ ਕੋਈ ਵੀ। ਡਾਕਟਰ ਸਾਹਿਬ ਇੱਕ ਗੱਲ ਫਿਰ ਸਮਝ ਨਹੀਂ ਆ ਰਹੀ, ਮਰੀਜ਼ਾਂ ਨੂੰ ਕੁਛ ਫਾਇਦਾ ਦੇਣ ਲਈ ਇਹ ਤਾਂ ਲਿਖਿਆ ਜਾ ਰਿਹਾ ਕਿ ਜਿਹੜੀਆਂ ਦਵਾਈਆਂ ਤੁਸੀਂ ਸਸਤੀ ਦਵਾਈਆਂ ਦੀ ਦੁਕਾਨ ਜਿਹੜੀ ਹੈ, ਜਿਹਨੂੰ ਆਪਾਂ ਜਨ ਔਸ਼ਧੀ ਦਾ ਨਾਮ ਦਿੱਤਾ ਗਿਆ, ਉਸ ਤੋਂ ਜਾ ਕੇ ਤੁਸੀਂ ਲੈ ਸਕਦੇ ਹੋ। ਸਸਤੀਆਂ ਦਵਾਈਆਂ ਦੀ ਦੁਕਾਨ ਹੈ, ਸਰਕਾਰ ਨੂੰ ਪਤਾ ਹੈ ਵੀ ਸਸਤੀਆਂ ਦਵਾਈਆਂ ਮਿਲਦੀਆਂ ਨੇ, ਅਤੇ ਉਹਦੇ ਪਿੱਛੇ ਦੇ ਕਾਰਨ ਕੀ ਨੇ ਇਹ ਵੀ ਸਾਰਾ ਕੁਛ ਪਤਾ, ਤਾਂ ਹੀ ਸਸਤੀਆਂ ਦਵਾਈਆਂ ਦੀ ਦੁਕਾਨ ਖੋਲ੍ਹੀ ਗਈ ਆ, ਆਪ ਵੀ ਪਰਚੇਜ਼ ਕਰ ਰਹੀ ਹੈ ਸਰਕਾਰ। ਫਿਰ ਕਿਉਂ ਨਹੀਂ ਅਜਿਹਾ ਸਿਸਟਮ ਕੀਤਾ ਜਾਂਦਾ ਵੀ ਹਰ ਦਵਾਈ ਦੇ ਉੱਤੇ ਲਿਖਿਆ ਜਾਵੇ ਵੀ ਇਹ ਐਥੀਕਲ ਹੈ ਅਤੇ ਇਹ ਜੈਨਰਿਕ ਹੈ?
ਕੁਲਵੰਤ ਜੀ ਕਿੱਥੇ ਫਿਰਦੇ ਹੋ ਤੁਸੀਂ? ਇਸ ਵੇਲੇ ਜ਼ਮਾਨਾ ਹੈਗਾ ਜਿਹੜੀਆਂ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਨੇ ਤੇ ਸਰਕਾਰਾਂ ਬਣਾਈਆਂ ਜਾਂਦੀਆਂ ਨੇ, ਉਹ ਬਣਾਈਆਂ ਜਾਂਦੀਆਂ ਨੇ ਪੈਸੇ ਦੇ ਸਿਰ 'ਤੇ। ਜਿਸ ਪਾਰਟੀ ਕੋਲ ਪੈਸਾ ਹੈ ਉਹਦੀ ਸਰਕਾਰ ਬਣਦੀ ਹੈ। ਤੇ ਪੈਸਾ ਕੌਣ ਦਿੰਦਾ? ਅੱਜ ਸਾਰਾ ਸਾਰਾ ਕੁਝ ਆਊਟ ਹੋ ਚੁੱਕਿਆ। ਸਭ ਤੋਂ ਵੱਡੇ ਜਿਹੜੇ ਫੰਡਰ ਨੇ ਪੋਲੀਟੀਕਲ ਪਾਰਟੀਆਂ ਦੇ ਫਾਰਮਾ ਕੰਪਨੀਆਂ ਨੇ। ਨੰਬਰ 2 'ਤੇ ਫੂਡ ਇੰਡਸਟਰੀ ਹੈ, ਨੰਬਰ 3 'ਤੇ ਫਾਰਮਾਸਿਊਟੀਕਲ ਜਿਹੜੀ ਆ ਐਗਰੋ ਕੈਮੀਕਲ ਦੀ ਇੰਡਸਟਰੀ ਹੈ। ਇਹ 3 ਇੰਡਸਟਰੀਆਂ ਨੇ ਜਿਨ੍ਹਾਂ ਨੇ ਅੱਤ ਚੱਕ ਰੱਖੀ ਹੈ। ਉਹ ਤਿੰਨੋਂ ਅੱਤ ਦਰਜੇ ਦੀਆਂ ਮਹਿੰਗੀਆਂ ਵੀ ਨੇ, ਅੱਤ ਦਰਜੇ ਦੀਆਂ ਹਾਰਮ ਵੀ ਕਰ ਰਹੀਆਂ ਨੇ। ਮਤਲਬ ਜਿਹੜਾ ਇਨਸਾਨੀਅਤ ਦਾ ਨੁਕਸਾਨ ਕਰ ਰਹੀਆਂ। ਹੋਰ ਨਾਲੇ ਜ਼ਹਿਰੀਲੀਆਂ ਨੇ, ਅੱਤ ਦਰਜੇ ਦੇ ਜ਼ਹਿਰ ਫੈਲਾਉਂਦੀਆਂ ਨੇ, ਅੱਤ ਦਰਜੇ ਦਾ ਫੂਡ ਨੂੰ ਖਰਾਬ ਕਰਦੀਆਂ ਨੇ, ਸਿਹਤ ਖਰਾਬ ਕਰਦੀਆਂ ਨੇ। ਔਰ ਸਭ ਤੋਂ ਜ਼ਿਆਦਾ ਅਮੀਰ ਨੇ ਫਾਰਮਾ ਕੰਪਨੀਆਂ ਨੰਬਰ 1 ਨੇ, ਉਸ ਤੋਂ ਬਾਅਦ ਫੂਡ ਇੰਡਸਟਰੀ ਅਤੇ ਐਗਰੋ ਇੰਡਸਟਰੀ ਹੈ। ਇਹ ਸਾਰੀਆਂ ਜਿਹੜੀਆਂ ਤਿੰਨੇ ਰਲ ਕੇ ਇਹਨਾਂ ਨੇ ਅੱਤ ਮਚਾ ਰੱਖੀ ਆ। ਉਹਦੇ ਵਿੱਚ ਤਾਂ ਪੂਰੀਆਂ ਇਸ ਵੇਲੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹਨਾਂ ਦੀ ਜੇਬ 'ਚ ਹੁੰਦੀਆਂ ਨੇ। ਆ ਤੁਸੀਂ ਦੇਖ ਲਓ, ਦੇਖ ਹੀ ਰਹੇ ਹੋ ਕੀ ਹੋ ਰਿਹਾ ਦੇਸ਼ 'ਚ। ਇਹ ਦੇਸ਼ ਜੋ ਕੁਛ ਹੋ ਰਿਹਾ ਹੈ ਉਹਦੇ ਪਿੱਛੇ ਉਹ ਸਾਰੇ ਜਿੰਨੇ ਕਾਨੂੰਨ ਪਾਸ ਹੋ ਰਹੇ ਆ, ਲਾਅ ਪਾਸ ਹੋ ਰਹੇ, ਜੋ ਰਾਜ ਸਭਾ ਅਤੇ ਲੋਕ ਸਭਾ 'ਚ ਹੋਇਆ ਪਿਛਲੇ ਦਿਨਾਂ 'ਚ, ਕੀ ਹੋਇਆ? ਧੜਾ ਜਿਹੜੇ ਕਾਨੂੰਨ ਪਾਸ ਕੀਤੇ ਗਏ ਆ ਉਹ ਕੀ ਨੇ ਕਾਨੂੰਨ? ਸਾਰੇ ਕੰਪਨੀਆਂ ਦੇ ਨੂੰ ਬੈਨੀਫਿਟ ਕਰਨ ਵਾਲੇ ਕਾਨੂੰਨ ਨੇ। ਆਮ ਬੰਦੇ ਦੀ ਅਸੀਂ ਤਾਂ ਹੀ ਫਿਰਦੇ ਹਾਂ, ਚਾਹੇ ਉਹ ਖੇਤੀ ਕਾਨੂੰਨ ਨੇ, ਚਾਹੇ ਉਹ ਐਂਟੀ ਲੇਬਰ ਲਾਜ਼ ਨੇ, ਚਾਹੇ ਉਹ ਜਿਹੜੇ ਨੇ ਉਹ ਸਾਰੀਆਂ ਕੰਪਨੀਆਂ ਦਾ ਪੈਸਾ ਧੜ ਕਿਵੇਂ ਕੰਪਨੀਆਂ ਵੱਲ ਨੂੰ ਫਲੋ ਕਰੇ ਉਹ ਕਾਨੂੰਨ ਨੇ, ਚਾਹੇ ਉਹ ਕੰਪਨੀਆਂ ਜਦੋਂ ਪੈਸੇ ਲੈ ਕੇ ਭੱਜਣ ਜਾਂ ਜਿਹੜਾ ਲੋਕਾਂ ਦਾ ਜਿਹੜਾ ਟੈਕਸਾਂ ਦਾ ਇਕੱਠਾ ਕੀਤਾ ਪੈਸਾ ਉਹ ਲੈ ਕੇ ਦੱਬ ਲੈਣ, ਉਹ ਕੋਈ ਉਹਨਾਂ ਨੂੰ ਕੁਛ ਨਹੀਂ ਕਰ ਸਕਦਾ। ਅਤੇ ਇਸ ਕਰਕੇ ਅੱਜ ਇਸ ਵੇਲੇ 90 ਤੋਂ ਬਾਅਦ 90 ਔਨਵਰਡ 90 ਤੱਕ ਸਰਕਾਰਾਂ 80ਵੀਂ ਤੱਕ ਸਰਕਾਰਾਂ ਥੋੜ੍ਹਾ ਬਹੁਤਾ ਨਿਊਟਰਲ ਸੀਗੀਆਂ ਕਿ ਲੋਕਾਂ ਦੇ ਹਿੱਤਾਂ ਨੂੰ ਪਾਲ। ਅਤੇ ਹੁਣ ਤਾਂ ਇਸ ਵੇਲੇ ਤਾਂ ਆਊਟਰਾਈਟਲੀ ਉਹ ਜਿਹੜੇ ਨੰਗੇ ਚਿੱਟੇ ਜਿੱਥੋਂ ਪੈਸੇ ਆਉਂਦੇ ਆ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਦੇ ਆ। ਵੋਟਾਂ ਲੈਣ ਲਈ ਐਸੇ ਮੁੱਦੇ ਖੜ੍ਹੇ ਕਰਦੇ ਆ ਜਿਹੜੇ ਕਿ ਮੁੱਦੇ ਹੁੰਦੇ ਹੀ ਨਹੀਂ। ਉਹ ਮੁੱਦੇ ਐਸੇ ਭਾਵਨਾਤਮਕ ਢੰਗ ਨਾਲ ਕੀਤੇ ਜਾਂਦੇ ਆ। ਕਿਤੇ ਧਰਮ ਦਾ ਮੁੱਦਾ ਖੜ੍ਹਾ ਕਰਤਾ, ਕਿਤੇ ਭਾਸ਼ਾ ਦਾ ਕਰਤਾ, ਕਿਤੇ ਨੈਸ਼ਨੈਲਿਟੀ ਦਾ ਕਰਤਾ, ਕਿਤੇ ਕੋਈ ਨਾ ਕੋਈ ਐਸਾ ਮੁੱਦਾ ਖੜ੍ਹਾ ਕਰਨਗੇ, ਕਦੇ ਗਾਂ ਦਾ ਕਰਤਾ, ਕਦੇ ਉਹ ਮੁੱਦੇ 'ਤੇ ਵੋਟਾਂ ਲੈ ਲੈਂਦੇ ਆ। ਜਾਂ ਫਿਰ ਨਿੱਕੇ ਪੈਟ ਇਸ਼ੂਜ਼ 'ਤੇ ਵੀ ਤੁਹਾਡੀਆਂ ਨਾਲੀਆਂ ਗਲੀਆਂ ਬਣਾਤੀਆਂ, ਤੁਹਾਡੇ ਜਿਹੜੇ ਨੇ ਆਹ ਨਿੱਕੇ ਜਿਹੜੇ ਛੋਟੇ ਮੋਟੇ ਜਿਹੜੇ ਕੇਸਿਸ ਨੇ ਉਹ ਹੱਲ ਕਰਵਾ ਦੇਣਗੇ। ਉਹ ਥਾਣਿਆਂ ਵਾਲੇ, ਤਹਿਸੀਲਾਂ ਵਾਲੇ ਇਹੋ ਜਿਹੀਆਂ ਗੱਲਾਂ 'ਤੇ ਲੈ ਲੈਂਦੇ ਆ। ਜਾਂ ਫਿਰ ਮੌਕੇ 'ਤੇ ਪੈਸੇ ਵੰਡ ਦਿੰਦੇ ਆ, ਜਾਂ ਸ਼ਰਾਬਾਂ ਪਿਆ ਦਿੰਦੇ ਆ, ਜਾਂ ਨਸ਼ੇ ਵੰਡ ਦਿੰਦੇ ਆ। ਉਹ ਐਂ ਵੋਟਾਂ ਲੈ ਲੈਂਦੇ ਆ। ਉਹ ਭੋਲੀ ਭਾਲੀ ਹੈ ਜਨਤਾ, ਗਰੀਬ ਜਨਤਾ, ਉਹ ਐਂ ਚੱਲ ਰਹੀਆਂ ਸਰਕਾਰਾਂ। ਅਸਲ ਜਿਹੜਾ ਹਿੱਤ ਨੇ ਅਲਟੀਮੇਟਲੀ ਉਹ ਕਾਰਪੋਰੇਟ ਦੇ ਪੂਰੇ ਹੋ ਰਹੇ ਆ। ਉਹ ਪੂਰੇ ਦਾ ਪੂਰਾ ਦੇਸ਼ ਇਸ ਵੇਲੇ ਜਿਹੜਾ ਔਨ ਸੇਲ ਲੱਗਿਆ ਹੋਇਆ, ਸੇਲ 'ਤੇ ਲੱਗਿਆ ਹੋਇਆ। ਅੱਛਾ ਡਾਕਟਰ ਸਾਹਿਬ, ਇੱਕ ਸਵਾਲ ਜਿਹੜਾ ਕਿ ਬਹੁਤ ਪਰਸਨਲ ਵੀ ਹੈ ਅਤੇ ਮੈਨੂੰ ਲੱਗਦਾ ਕਿ ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ। ਤੁਹਾਡਾ ਲੰਮਾ ਸਮਾਂ ਤਜਰਬਾ ਰਿਹਾ ਡਾਕਟਰੀ ਦਾ, ਤੁਸੀਂ 50 ਸਾਲ ਜਿਹੜੀ ਡਾਕਟਰੀ ਦੇ ਵਿੱਚ ਜਿਹੜੀ ਐਲੋਪੈਥੀ ਦਵਾਈਆਂ ਦੇ ਵਿੱਚ ਲਗਾਏ ਨੇ, ਲੋਕਾਂ ਦੀ ਸੇਵਾ ਕੀਤੀ ਹੈ। ਜਿਸ ਤਰ੍ਹਾਂ ਦਾ ਵਰਤਾਰਾ ਡਾਕਟਰਾਂ ਦੇ ਸੰਬੰਧੀ ਤੁਸੀਂ ਅੱਜ ਦੱਸ ਰਹੇ ਹੋ, ਕਿ ਕਦੇ ਤਜਰਬਾ ਤੁਹਾਨੂੰ ਵੀ ਇੱਦਾਂ ਦਾ ਹੋਇਆ ਵੀ ਤੁਹਾਡੇ ਕੋਲ ਵੀ ਲੋਕਾਂ ਨੇ ਪਹੁੰਚ ਕੀਤੀ ਹੋਵੇ ਵੀ ਸਾਡੀਆਂ ਦਵਾਈਆਂ ਵਿੱਚ? ਬਿਲਕੁਲ, ਮੈਂ ਪਾਰਟ ਰਿਹਾ ਉਸ ਸਿਸਟਮ ਦਾ, ਮੈਨੂੰ ਤਾਂ ਹੀ ਪਤਾ ਨਾ। ਮੈਂ ਉਸ ਸਿਸਟਮ ਦਾ ਪਾਰਟ ਰਿਹਾ। ਉਸ ਸਿਸਟਮ ਦਾ ਪਾਰਟ ਰਹਿੰਦੇ ਹੋਏ ਹਮੇਸ਼ਾ ਹੀ ਸਮਝੌਤਾ ਕਰਕੇ ਰਹਿਣਾ ਪੈਂਦਾ। ਜੇ ਮੈਂ ਸਮਝੌਤਾ ਕੰਪਲੀਟ ਬਾਗੀ ਹੋ ਜਾਓ ਤਾਂ ਤੁਸੀਂ ਐਗਜ਼ਿਸਟ ਨਹੀਂ ਕਰ ਸਕਦੇ ਉੱਥੇ। ਇਸ ਕਰਕੇ ਤੁਹਾਨੂੰ ਉੱਥੇ ਚੁੱਪ ਰਹਿਣਾ ਪੈਂਦਾ ਜਾਂ ਕੁਛ ਨਾ ਕੁਛ ਸਮਝੌਤੇ ਕਰਨੇ ਪੈਂਦੇ ਆ। ਸੋ ਇਸ ਕਰਕੇ ਮੈਂ ਉਸ ਸਿਸਟਮ ਦੇ ਵਿੱਚ ਰਿਹਾ, ਬਹੁਤ ਲੰਬਾ ਸਮਾਂ ਰਿਹਾ। ਉਦੋਂ ਕੋਈ ਸਮਝ ਵੀ ਨਹੀਂ ਸੀ ਆਉਂਦੀ, ਹੌਲੀ ਹੌਲੀ ਸਮਝ ਵੀ ਹੌਲੀ ਆਈ। ਅਤੇ ਜਦੋਂ ਜਿਵੇਂ ਸਮਝ ਆਈ ਫਿਰ ਬੋਲਣਾ ਵੀ ਸ਼ੁਰੂ ਕੀਤਾ। ਮੈਂ ਕੋਈ ਅੱਜ ਦਾ ਨਹੀਂ ਬੋਲ ਰਿਹਾ, ਉਸ ਸਿਸਟਮ ਦੇ ਵਿੱਚ ਜਦੋਂ ਉਦੋਂ ਵੀ ਬੋਲਦਾ ਸੀਗਾ, ਲੇਕਿਨ ਉਦੋਂ ਉਹਨਾਂ ਨਹੀਂ ਸੀ ਬੋਲ ਸਕਦਾ ਕਿਉਂਕਿ ਉਹ ਸਿਸਟਮ ਦਾ ਪਾਰਟ ਸੀ ਤੁਸੀਂ। ਅਤੇ ਉਹਦੇ ਵਿਕਟਮਾਈਜ਼ੇਸ਼ਨਾਂ ਵੀ ਹੋਈਆਂ, ਮੇਰੀਆਂ ਵਿਕਟਮਾਈਜ਼ੇਸ਼ਨਾਂ ਹੋਈਆਂ, 4 ਸ਼ੀਟਾਂ ਹੋਈਆਂ, ਬੜਾ ਕੁਛ ਹੋਇਆ। ਤੋ ਤਕਰੀਬਨ ਮੇਰੀ ਮਤਲਬ ਰਹਿੰਦੀ ਸੀ, ਟਿਕੜਕਾ ਰਹਿੰਦਾ ਹੀ ਸੀਗਾ ਤਕਰੀਬਨ ਆਪਣੇ ਅਫਸਰਾਂ ਨਾਲ। ਪਰ ਟਿਕੜਕੇ ਦੀ ਇੱਕ ਸੀਮਾ ਹੁੰਦੀ ਨਾ, ਜੇ ਤੁਸੀਂ ਐਗਜ਼ਿਸਟ ਕਰਨਾ ਹੈ। ਉਸ ਵੇਲੇ ਡਰ ਵੀ ਲੱਗਦਾ ਹੁੰਦਾ ਸੀ, ਬੱਚੇ ਛੋਟੇ ਸੀਗੇ, ਹੋਰ ਸੀ ਕਈ ਕਿਸਮ ਦੇ ਸਮਝੌਤੇ ਜਿਹੜੇ ਨੇ ਬੰਦਾ ਕਰਦਾ, ਵੀ ਡਰਦਾ ਕਰਦਾ। ਜਿਵੇਂ ਅੱਜ ਮੈਂ ਨੌਕਰੀ 'ਚੋਂ ਬਾਹਰ ਹੋ ਗਿਆ ਤਾਂ ਫਿਰ ਉਹ ਨੌਕਰੀ 'ਚ ਰਹਿੰਦੇ ਹੋਏ ਬੰਦੇ ਨੂੰ ਇਹ ਗੱਲ ਆਉਂਦੀ ਨਹੀਂ, ਮੇਰੇ ਵਰਗੇ ਬੰਦੇ ਨੂੰ ਖਾਸ ਕਰਕੇ ਨਹੀਂ ਆਉਂਦੀ ਵੀ ਜੇ ਮੈਂ ਨੌਕਰੀ 'ਚੋਂ ਮੈਂ ਬਾਹਰ ਹੁਣ ਜਾਣਾ ਪੈ ਗਿਆ ਮੈਨੂੰ ਤਾਂ ਮੈਂ ਕੁਛ ਕਰ ਵੀ ਲਊਂਗਾ, ਇੰਨਾ ਕੌਨਫੀਡੈਂਸ ਨਹੀਂ ਹੁੰਦਾ। ਇਸ ਕਰਕੇ ਉਹ ਸਮਝੌਤੇ ਜਿਹੜੇ ਨੇ ਉਸ ਵੇਲੇ ਬੰਦਾ ਕਰਦਾ ਇੱਕ ਸੀਮਾ ਤੱਕ ਕਰਨੇ ਪੈਂਦੇ ਆ। ਜੇ ਨਾ ਕਰੋ ਤਾਂ ਫਿਰ ਤੁਸੀਂ ਫਿਰ ਸਿਸਟਮ 'ਚ ਵਾਕਆਊਟ ਕਰਨਾ ਪੈਂਦਾ। ਸੋ ਮੈਂ ਉਸ ਸਿਸਟਮ 'ਚ ਕੱਟੇ ਆ ਇੰਨਾ ਲੰਬਾ ਸਮਾਂ, ਤਾਂ ਲਿਮਟਡ ਸਮਝੌਤੇ ਕਰਕੇ ਹੀ ਕੱਟੇ ਆ। ਅਤੇ ਕਿ ਇਹ ਵੀ ਇੱਕ ਕਾਰਨ ਹੈ ਕਿ ਤੁਸੀਂ ਅੱਜ ਐਲੋਪੈਥੀ ਜਾਂ ਹੋਰ ਦਵਾਈਆਂ ਦੇ ਜਿਹੜੀ ਤੁਸੀਂ ਲੋਕਾਂ ਨੂੰ ਕੱਢਣਾ ਚਾਹ ਰਹੇ ਹੋ ਵੀ ਇਹ ਦਵਾਈਆਂ ਦੇ ਵਿੱਚ ਨਾ ਰਿਹਾ ਜਾਵੇ, ਦਵਾਈਆਂ 'ਚੋਂ ਬਾਹਰ ਨਿਕਲੋ, ਹੋਰ ਪੱਧਤੀਆਂ ਅਪਣਾਓ? ਉਹ ਤਾਂ ਫਿਰ ਮੈਨੂੰ ਸਮਝ ਆ ਗਈ ਨਾ ਹੌਲੀ ਉਹਦਾ ਉਸ ਸਿਸਟਮ ਨਾਲ ਨਹੀਂ ਹੋਣਾ ਤਲਕ। ਉਹ ਤਾਂ ਮੈਨੂੰ ਹੈਲਥ ਦੇ ਇਸ਼ੂ ਦੀ ਜਿਵੇਂ ਸਮਝ
ਪ੍ਰੋੜ ਹੋਈ ਤੇ ਮੈਂ ਮੈਨੂੰ ਸਮਝ ਆਈ ਵੀ ਇਹ ਦਵਾਈਆਂ ਨਾਲ ਤੇ ਜਿਹੜੇ ਐਲੋਪੈਥੀ ਦੀ ਮੈਡੀਸਨ ਦੇ ਜਿਹੜੇ ਤਰੀਕੇ ਨੇ ਇਹਨਾਂ ਦੇ ਨਾਲ ਜਿਹੜੀ ਬਾਕੀ ਸਿਸਟਮਸ ਨੇ ਹੈਲਥ ਦੇ ਉਹ ਵੀ ਇਕੁਅਲੀ ਸਟਰੋਂਗ ਨੇ। ਪਾਰਟੀਕੂਲਰਲੀ ਆਯੁਰਵੇਦ ਜਿਹੜਾ ਹੈ, ਆਯੁਰਵੇਦ 'ਤੇ ਮੈਂ ਬਹੁਤ ਲੰਬੇ ਸਮੇਂ ਤੋਂ ਜਾਣਨ ਦੀ ਕੋਸ਼ਿਸ਼ ਕਰਦਾ ਰਿਹਾ, ਰਾਈਟ ਫਰੋਮ ਮਾਈ MBBS ਡੇਜ਼। ਅੱਜ ਤੋਂ ਕੋਈ 60 ਸਾਲ ਪਹਿਲਾਂ ਤੋਂ ਸ਼ੁਰੂ ਹੋ ਗਈ ਸੀ ਮੇਰੀ ਰਿਸਰਚ, ਅਤੇ ਫਿਰ ਮੈਂ ਉਹਦੇ 'ਚ ਜਿਵੇਂ ਮੈਨੂੰ ਸਮਝ ਆਉਂਦੀ ਗਈ ਤਾਂ ਮੈਨੂੰ ਸਮਝ ਆਈ ਕਿ ਇਹ ਉਹ ਸਿਸਟਮ ਕਿਤੇ ਸਟਰੋਂਗ ਨੇ ਇਹਦੇ ਨਾਲੋਂ, ਖਾਸ ਕਰਕੇ ਪੁਰਾਣੀਆਂ ਬਿਮਾਰੀਆਂ ਦੇ ਅੰਦਰ ਤਾਂ ਬਹੁਤ ਹੀ ਸਟਰੋਂਗ ਨੇ। ਤਾਂ ਫਿਰ ਹੌਲੀ ਹੌਲੀ ਫਿਰ ਉਹ ਮੀਡੀਆ 'ਤੇ ਪ੍ਰੈਕਟਿਸ ਵੀ ਕਰਦੇ ਰਹੇ, ਅਪਲਾਈ ਵੀ ਕਰਦੇ ਰਹੇ, ਫਿਰ ਕੌਨਫੀਡੈਂਸ ਬਣਿਆ ਵੀ ਹਾਂ ਵਾਕਈ ਬਹੁਤ ਸਟਰੋਂਗ ਨੇ। ਤਾਂ ਉਹ ਸਫ਼ਰ ਲੰਬਾ ਸਫ਼ਰ ਸੀਗਾ ਜਿਸ 'ਚੋਂ ਨਿਕਲ ਕੇ ਹੁਣ ਕੁਛ ਜਿਹੜੇ ਜਿਹਨੂੰ ਕਹਿੰਦੇ ਤੱਤ ਕੱਢੇ, ਅਤੇ ਤੱਤ ਕੱਢ ਕੇ ਹੁਣ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਇੱਕ ਸਵਾਲ ਜੇ ਤੁਸੀਂ ਜਵਾਬ ਦੇਣਾ ਚਾਹੋ, ਨਹੀਂ ਤਾਂ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਕੋਈ ਇੱਕ ਅਜਿਹਾ ਇੰਸੀਡੈਂਟ ਜਿਹੜਾ ਕਿ ਜਿਹਦੇ ਵਿੱਚ ਤੁਸੀਂ ਲੋਕਾਂ ਨੂੰ ਐਲੋਪੈਥੀ ਤੋਂ ਬਚਾਉਣਾ ਚਾਹੁੰਦੇ ਹੋਵੇ ਜਾਂ ਮਹਿੰਗੀਆਂ ਚੀਜ਼ਾਂ ਤੋਂ ਬਚਾਉਣਾ ਚਾਹਿਆ ਹੋਵੇ ਅਤੇ ਤੁਹਾਡੇ ਅਗੇਂਸਟ ਕਾਰਵਾਈ ਕੀਤੀ ਹੋਵੇ। ਬਿਲਕੁਲ ਬਿਲਕੁਲ। ਇਹਦੇ ਮੈਨੂੰ 4 ਸ਼ੀਟਾਂ ਹੋਈਆਂ, 4 ਸ਼ੀਟਸ ਹੁੰਦੀਆਂ ਨੇ ਇਹਦੇ 'ਚ। ਇਹਦੇ 'ਚ ਮੇਰੇ ਦੁਸ਼ਮਣ ਬਣੇ ਬਹੁਤ ਡਾਕਟਰ। ਹਾਂ, ਨਾਂ ਕਿਉਂ ਲੈਣੇ ਡਾਕਟਰਾਂ ਦੇ? ਰਾਜਪੁਰਾ ਸਿਵਲ ਹਸਪੀਟਲ ਸੀਗਾ, ਉਹ 'ਚ ਮੇਰੀ ਇਹੋ ਜਿਹੇ ਲੋਕਾਂ ਨਾਲ ਦੁਸ਼ਮਣੀ ਪੈ ਗਈ ਜਿਨ੍ਹਾਂ ਨੂੰ ਮੈਂ ਕੰਮ ਕਰਨ ਤੋਂ ਰੋਕਿਆ, ਅਤੇ ਉਹ ਦੁਸ਼ਮਣੀ ਫਿਰ ਮੈਨੂੰ ਅਲਟੀਮੇਟਲੀ ਉਹਨਾਂ ਨੇ ਮੇਰੀ ਟ੍ਰਾਂਸਫਰ ਕਰਵਾਤੀ। 4 ਸ਼ੀਟਾਂ ਕਰਵਾਈਆਂ ਰਾਜਪੁਰਾ ਸਿਵਲ ਹਸਪੀਟਲ ਨੂੰ, 4 ਸ਼ੀਟਾਂ ਹੋਈਆਂ ਸਿਰਫ ਇਸ ਕਰਕੇ ਕਿ ਮੈਂ ਉਹਨਾਂ ਦੇ ਜਿਹੜਾ ਖਾਸ ਫੇਵਰੇਟ ਬੰਦਾ ਸੀਗਾ, ਜਿਹੜਾ ਉਹਨਾਂ ਨਾਲ ਖਿਚੜੀ ਸੀਗਾ, ਉਹਦੀ ਗੱਲਾਂ ਨਹੀਂ ਮੰਨੀਆਂ। ਹਾਂ, ਅਤੇ ਉਹਦੇ 'ਚ ਦਵਾਈਆਂ ਦੇ ਸੀ ਇਸ਼ੂ ਸੀ, ਜਾਂ ਕਰਪਸ਼ਨ ਦੇ ਇਸ਼ੂ ਸੀਗੇ, ਜਾਂ ਅਸੀਂ ਡਾਕਟਰਾਂ ਤੋਂ ਹਿੱਸਾਪੱਤੀ ਮੰਗਦੇ ਸੀ, ਉਹ ਜਿਹੜਾ ਮੈਂ ਨਹੀਂ ਸੀ ਦੇਣਾ ਚਾਹੁੰਦਾ। ਡਾਕਟਰਾਂ ਮੈਨੂੰ ਉਹਦਾ ਆਪਣਾ ਕਹਿੰਦੇ ਸੀ ਡਾਕਟਰਾਂ ਤੋਂ ਤੁਸੀਂ ਹਿੱਸਾਪੱਤੀ ਲੈ ਕੇ ਸਾਨੂੰ ਦਿਓ ਉੱਪਰ ਤੱਕ, ਉਹ ਮੈਂ ਨਹੀਂ ਮੰਨਿਆ। ਉਹ ਫਿਰ ਮੇਰੀ ਅਲਟੀਮੇਟਲੀ ਬਦਲੀ ਕਰਵਾਤੀ ਗਈ ਉੱਥੋਂ। ਬਦਲੀ ਕਰਵਾ ਕੇ ਮੈਨੂੰ ਮਾਰਿਆ ਗਿਆ ਉਹ ਦੂਰ ਮਮਦੋਟ, ਫਿਰੋਜ਼ਪੁਰ ਜ਼ਿਲ੍ਹੇ 'ਚ, ਮਮਦੋਟ ਬਾਰਡਰ ਦੇ ਉੱਪਰ, ਪਾਕਿਸਤਾਨ ਬਾਰਡਰ ਦੇ ਉੱਪਰ। 4 ਸ਼ੀਟਾਂ ਹੋਈਆਂ ਮੈਨੂੰ, ਜਿਹੜੀ ਕਿ ਮੇਰੀ ਪੈਨਸ਼ਨ ਵੀ ਮੈਨੂੰ ਰਿਟਾਇਰਮੈਂਟ ਤੋਂ 4 ਸਾਲ ਬਾਅਦ ਪ੍ਰੋਪਰ ਮਿਲੀ। 4 ਸਾਲ ਮੈਂ ਜਿਹੜੀ ਪ੍ਰੋਵੀਜ਼ਨਲ ਪੈਨਸ਼ਨ 'ਤੇ ਰਿਹਾ। ਤਾਂ ਇਹ ਚੀਜ਼ਾਂ ਲਿਮਟਡ ਸਮਝੌਤੇ ਦੇ ਬਾਵਜੂਦ ਵੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਨੇ। ਅਤੇ ਹੁਣ ਆਈਏ ਵੀ ਜੇਕਰ ਕਿਸੇ ਨੇ ਇਲਾਜ ਕਰਵਾਉਣਾ ਹੋਵੇ, ਪੈਸਾ ਵੀ ਉਹਦੇ ਕੋਲ ਘੱਟ ਹੋਵੇ ਅਤੇ ਮਤਲਬ ਪੱਧਤੀਆਂ ਵੀ ਹੋਰ ਉਹਦੇ ਕੋਲ ਆਪਸ਼ਨਸ ਹੋਣ, ਅਤੇ ਫਿਰ ਉਹ ਕਿੱਦਾਂ ਚੋਣ ਕਰੇ ਵੀ ਕਿਹੜੀ ਪੱਧਤੀ ਜਿਹੜੀ ਉਹਨੂੰ ਸਹੀ ਰਹੇਗੀ, ਜਾਂ ਫਿਰ ਕਿੱਦਾਂ ਚੋਣ ਕਰੇ ਕਿ ਕਿਹੜੀ ਪੱਧਤੀ ਦੀ ਦਵਾਈ ਜਿਹੜੀ ਹੈ ਉਸ ਨੂੰ ਲੱਗੇਗੀ, ਜਾਂ ਬਿਨਾਂ ਦਵਾਈ ਤੋਂ ਵੀ ਸਰ ਸਕਦਾ ਹੁੰਦਾ। ਕੁਲਵੰਤ ਜੀ, ਜਿਹੜਾ ਇਹ ਇਸ਼ੂ ਹੈ ਨਾ, ਇੱਕ ਤਾਂ ਪਹਿਲੀ ਗੱਲ ਤਾਂ ਆਪਾਂ ਇਹ ਨਾ ਸਮਝੀਏ ਇਹ ਗੱਲ ਆ ਵੀ ਇਹ ਜਿਹੜਾ ਫਾਰਮਾ ਕੰਪਨੀਆਂ ਨੇ ਜਿਹੜਾ ਮਾਫੀਆ ਸਟਾਈਲ ਕੰਮ ਕਰਦੀਆਂ ਨੇ, ਉਹ ਸਿਮਿਲਰ ਜਿਹੇ ਸਟਾਈਲ 'ਚ ਇਹ ਕੰਮ ਆਯੁਰਵੈਦਿਕ 'ਚ ਵੀ ਹੋ ਰਿਹਾ, ਆਯੁਰਵੇਦ 'ਚ ਵੀ ਹੋ ਰਿਹਾ। ਉਹਦੇ ਵਿੱਚ ਵੀ ਇੱਦਾਂ ਦਾ ਓਹਲਾ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਤੁਸੀਂ ਪੇਸ਼ੈਂਟ ਨੂੰ ਡੀਲ ਕਰ ਰਹੇ ਹੋ, ਬਿਲਕੁਲ ਟਰਾਂਸਪੇਰੈਂਟਲੀ ਦੱਸੋ ਵੀ ਮੇਰੀ ਇੰਨੀ ਫੀਸ ਹੈ, ਬਾਕੀ ਆਹ ਕੁਛ ਹੈ ਤੇਰੇ ਸਾਹਮਣੇ ਹੈ, ਤੂੰ ਜਿੱਥੋਂ ਮਰਜ਼ੀ ਲੈ ਹੋਰ, ਤਾਂ ਆਪਣੀ ਫੀਸ ਜੋ ਮਰਜ਼ੀ ਰੱਖ ਲਓ, ਤੁਹਾਨੂੰ ਖੁੱਲ੍ਹੀ ਛੁੱਟੀ ਹੈ। ਤੁਸੀਂ ਆਪਣੇ ਨੂੰ ਬਹੁਤ ਜ਼ਿਆਦਾ ਸਮਝਦੇ ਹੋ ਕਿ ਤੁਸੀਂ ਬਹੁਤ ਕਾਬਲ ਹੋ, ਤੁਸੀਂ ਫੀਸ ਵੱਧ ਰੱਖ ਲਓ, ਕੋਈ ਪੇਸ਼ੈਂਟ ਮਾਈਂਡ ਨਹੀਂ ਕਰੇਗਾ। ਲੇਕਿਨ ਆਯੁਰਵੇਦ ਦੇ ਅੰਦਰ ਵੀ ਬਹੁਤ ਸਸਤੀਆਂ ਦਵਾਈਆਂ ਨੂੰ ਬਹੁਤ ਮਹਿੰਗੇ ਵੇਚਿਆ ਜਾਂਦਾ, ਔਰ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਐਕਸਪਲੋਇਟ ਕਰਦੇ ਆ। ਇਸ ਕਰਕੇ ਇੱਕ ਪਹਿਲੀ ਗੱਲ ਤਾਂ ਆਪਾਂ ਇਹ ਨਾ ਸਮਝੀਏ ਕਿ ਇਕੱਲੀ ਐਲੋਪੈਥੀ ਦੇ ਅੰਦਰ ਹੈ, ਆਯੁਰਵੇਦ 'ਚ ਵੀ ਹੈਗਾ, ਇਲੈਕਟ੍ਰੋਹੋਮਿਓਪੈਥੀ 'ਚ ਵੀ ਹੈਗਾ, ਹੋਮੋਪੈਥੀ ਦੇ ਵਿੱਚ ਵੀ ਇੱਦਾਂ ਦੇ ਜਰਮਨ ਵਰਸਸ ਇੰਡੀਅਨ ਕਹਿ ਕੇ ਕਾਫੀ ਕੁਛ ਹੈ। ਦੂਜੀ ਗੱਲ ਹੈ ਕਿ ਇਹ ਹੁਣ ਪ੍ਰੂਵ ਹੋ ਚੁੱਕਿਆ ਕਿ ਇਹ ਜਿਹੜੇ ਦਵਾ ਪੌਦੇ ਆ ਇਹ ਸਭ ਤੋਂ ਉੱਤਮ ਦਵਾਈਆਂ ਨੇ, ਔਰ ਦਵਾ ਪੌਦੇ ਕੁਲਵੰਤ ਜੀ ਇਹ ਸਿੱਧ ਹੋ ਗਿਆ ਕਿ ਦਵਾ ਪੌਦੇ ਕਰੂਡ ਫਾਰਮ 'ਚ ਹੀ ਇਫੈਕਟਿਵ ਹੁੰਦੇ ਆ, ਐਕਸਟ੍ਰੈਕਟ ਫਾਰਮ 'ਚ ਇਫੈਕਟਿਵ ਨਹੀਂ ਹੁੰਦੇ ਜਿਹਦੀਆਂ ਦਵਾਈਆਂ ਵਿਕਦੀਆਂ ਨੇ। ਦਵਾਈ ਤਾਂ ਹੁਣ ਮੰਨ ਲਓ ਹਲਦੀ ਆ, ਹਲਦੀ ਦੀ ਤੁਹਾਡੀ ਡੋਜ਼ ਹੈਗੀ 1 ਚਮਚਾ, ਹੁਣ 1 ਚਮਚੇ ਦੇ ਕੈਪਸੂਲ ਕਿੰਨੇ ਬਣਨਗੇ? 10। ਹੁਣ 10 ਕੈਪਸੂਲ ਖਾ ਲੇਗਾ ਕੋਈ ਬੰਦਾ ਕਹੂਗਾ ਮੈਂ ਪਾਗਲ ਹਾਂ, 10 ਕੈਪਸੂਲ ਖਾਵਾਂ ਮੈਂ? ਕਿਉਂਕਿ ਤੁਹਾਨੂੰ ਆਦਤ ਪਾਈ ਹੋਈ ਹੈ 1 ਕੈਪਸੂਲ ਖਾਣ ਦੀ, ਜਾਂ ਹੱਦ 2 ਖਾਣ ਦੀ। 2 ਤੋਂ ਬਾਅਦ ਤੁਸੀਂ ਦਿਓਗੇ ਤਾਂ ਬੰਦਾ ਕਹੂਗਾ ਇਹ ਡਾਕਟਰ ਠੀਕ ਨਹੀਂ ਲੱਗ ਰਿਹਾ ਮੈਨੂੰ। ਤਾਂ ਦੋ ਕੈਪਸੂਲਾਂ 'ਚ ਡੋਜ਼ ਕਿੰਨੀ ਗਈ? 1 ਗ੍ਰਾਮ। ਡੋਜ਼ ਉਹਦੀ ਬਣਦੀ ਹਲਦੀ ਦੀ 5 ਗ੍ਰਾਮ। ਹੁਣ ਤੁਸੀਂ ਜੇ ਤੁਸੀਂ ਪਾਊਡਰ ਫਾਰਮ ਦੇਣੀ ਹੋਵੇ ਤਾਂ 5 ਗ੍ਰਾਮ ਦੇ ਦੋਗੇ ਬੜੇ ਆਰਾਮ ਨਾਲ। ਉਹ ਕਹੂਗਾ ਹਾਂ ਖਾ ਲੈਂਦੇ ਹਾਂ, ਕੋਈ ਗੱਲ ਨਹੀਂ, ਉਹਨੂੰ ਖਾਣ ਦਾ ਤਰੀਕਾ ਦੱਸਣਾ ਪਊਗਾ। ਸੇਮ ਲਸਣ ਬਾਰੇ ਹੈ, ਲਸਣ ਨੂੰ ਤੁਸੀਂ ਕਿੰਨੀਆਂ ਖੋਜਾਂ ਹੋਈਆਂ ਜਿਹ 'ਚ ਉਹਨਾਂ ਦਾ ਸਿੱਟਾ ਇਹ ਕੱਢਿਆ ਉਹਨਾਂ ਨੇ ਕਿ ਲਸਣ ਬਿਲਕੁਲ ਕੋਈ ਇਫੈਕਟਿਵ ਨਹੀਂ ਹੈ, ਨਾਟ ਇਫੈਕਟਿਵ ਐਜ਼ ਮੈਡੀਸਨ। ਉਹਦੇ ਜੋ ਵੀ ਬੈਨੀਫਿਟ ਕਲੇਮ ਕੀਤੇ ਜਾਂਦੇ ਆ ਵੀ ਝੂਠੇ ਨੇ, ਇਹ ਬੋਗਸ ਨੇ।
ਬਾਅਦ 'ਚ ਪਤਾ ਲੱਗਿਆ ਵੀ ਲਸਣ ਕੀ ਯੂਜ਼ ਕੀਤਾ ਸੀ, ਐਕਸਟ੍ਰੈਕਟ ਯੂਜ਼ ਕੀਤਾ ਉਹਦਾ। ਉਹ ਕਹਿੰਦੇ ਭੜੂਆ ਤੁਹਾਨੂੰ ਕਿਹਨੇ ਕਿਹਾ, ਆਯੁਰਵੇਦ ਤਾਂ ਕਹਿੰਦਾ ਵੀ ਇਹਨੂੰ ਕਰੂਡ ਫਾਰਮ 'ਚ ਯੂਜ਼ ਕਰਨਾ ਲਸਣ ਨੂੰ, ਤੁਸੀਂ ਕਰੂਡ ਫਾਰਮ ਕਰਕੇ ਦੇਖੋ ਫਿਰ ਦੱਸੋ ਜੇ ਰਿਜ਼ਲਟ ਨਹੀਂ ਆਉਂਦੇ ਤਾਂ। ਹੁਣ ਕਰਕਿਊਮਨ ਕੱਢ ਲੈਂਦੇ, ਉਹਦੀ ਕਰਕਿਊਮਨ ਦੇ ਕੈਪਸੂਲ ਵਿੱਚ ਜਾਂਦੇ, ਕਰਕਿਊਮਨ ਬਾਹਰ ਕੱਢ ਲਈ ਤੁਸੀਂ ਹਲਦੀ 'ਚੋਂ ਤਾਂ ਨਹੀਂ ਇਫੈਕਟਿਵ ਹੋਊਗੀ ਉਹ, ਕਿਉਂਕਿ ਕੁਦਰਤ ਨੇ ਜਿਹੜੇ ਉਹਦੇ ਦਵਾ ਗੁਣ ਦਿੱਤੇ ਆ ਉਹਨੂੰ 10 ਹੋਰ ਚੀਜ਼ਾਂ ਨਾਲ ਸਪੋਰਟ ਕੀਤਾ ਨਾਲ ਵੀ ਆਹ ਦਿਨਾਂ ਦੀ ਹਾਜ਼ਰੀ ਜ਼ਰੂਰੀ ਹੈ ਇੱਕ ਚੀਜ਼ ਦੇ ਅਸਰ ਕਰਨ ਵਾਸਤੇ, ਆਹ 10 ਚੀਜ਼ਾਂ ਦੀ ਹਾਜ਼ਰੀ ਵੀ ਜ਼ਰੂਰੀ ਹੈ। ਉਹ ਹਾਜ਼ਰੀ ਤੁਸੀਂ ਕੱਢਤੀ, ਮੁੜ ਕੇ ਉਹਨੂੰ ਦਵਾਈ ਬਣਾ ਕੇ ਦੇ ਦਿੱਤਾ। ਇੱਕ ਨਹੀਂ ਉਹਦੇ 'ਚ ਤੁਹਾਡੀ ਆ ਬ੍ਰਹਮੀ 'ਚ, ਬ੍ਰਹਮੀ ਵੰਡਰਫੁਲ ਪਲਾਂਟ ਹੈ ਫॉर ਬ੍ਰੇਨ ਵਾਸਤੇ ਔਰ ਕਮਾਲ ਦੇ ਰਿਜ਼ਲਟਸ ਨੇ ਉਹਦੇ ਬ੍ਰਹਮੀ ਦੇ। ਲੇਕਿਨ ਬ੍ਰਹਮੀ ਦੇ ਤੁਸੀਂ ਕੈਪਸੂਲ ਦੇ ਦਿਓ, ਕੋਈ ਯੂਜ਼ਲੈਸ ਨੇ। ਸੋ ਇਸ ਕਰਕੇ ਜਿਹੜੇ ਕਰੂਡ ਪਲਾਂਟ ਔਰ ਆਯੁਰਵੇਦ ਪ੍ਰੂਵ ਹੋ ਗਿਆ ਕਿ ਆਯੁਰਵੈਦਿਕ ਮੈਡੀਸਨ ਕਰੂਡ ਫਾਰਮ 'ਚ ਹੀ ਇਫੈਕਟਿਵ ਨੇ, ਮੋਸਟ ਇਫੈਕਟਿਵ। ਜਦੋਂ ਐਕਸਟ੍ਰੈਕਟ ਫਾਰਮ 'ਚ ਆ ਜਾਂਦੀਆਂ ਤਾਂ ਉਹਦੀ ਇਫੈਕਟਿਵਿਟੀ ਬਹੁਤ ਡਿਕਲਾਈਨ ਕਰ ਜਾਂਦੀ ਹੈ। ਲੇਕਿਨ ਜਿੰਨੀਆਂ ਦਵਾਈਆਂ ਨੇ ਸਾਰੀਆਂ, ਕਿਉਂਕਿ ਉਹਨਾਂ ਦੀ ਪ੍ਰੋਬਲਮ ਹੈ ਕਿ ਉਹਨੂੰ ਥੋੜ੍ਹੀ ਕਰਨਾ ਪਊਗਾ, ਗੋਲੀਆਂ ਬਣਾਉਣੀਆਂ ਪੈਣਗੀਆਂ ਜਾਂ ਕੈਪਸੂਲ ਬਣਾਉਣੇ ਪੈਣਗੇ, ਤਾਂ ਫਿਰ ਤੁਹਾਨੂੰ ਉਹ ਐਕਸਟ੍ਰੈਕਟ ਫਾਰਮ 'ਚ ਲੈਣੀ ਪੈਣਗੀ। ਪਹਿਲਾਂ ਤਾਂ ਐਕਸਟ੍ਰੈਕਟ ਕੱਢੋਗੇ, ਐਕਸਟ੍ਰੈਕਟ ਤੁਸੀਂ ਐਕਟਿਵ ਪ੍ਰਿੰਸੀਪਲ ਕੱਢੋਗੇ, ਐਕਟਿਵ ਪ੍ਰਿੰਸੀਪਲ ਨੂੰ ਅਲੱਗ ਕਰੋਗੇ, ਫਿਰ ਉਹਦਾ ਕੈਪਸੂਲ ਬਣਾਓਗੇ। ਐਕਸਟ੍ਰੈਕਟ ਥੋੜ੍ਹਾ ਜਿਹਾ ਸਮਝਾ ਦਿਓ ਪਬਲਿਕ ਨੂੰ, ਜਿਹੜਾ ਪਤਾ ਹੋਣਾ ਚਾਹੀਦਾ ਐਕਸਟ੍ਰੈਕਟ ਕੀ ਚੀਜ਼ ਹੈ। ਉਹ ਇੱਦਾਂ ਨਾ ਹਰ ਪਲਾਂਟ ਦੀ ਸਟੱਡੀ ਹੋਈ ਹੈ। ਹੁਣ ਹਰ ਪਲਾਂਟ ਦੇ ਵਿੱਚ ਜਿਹੜੀ ਉਹਦੇ ਗੁਣਾਂ ਦਾ ਕਿਹਾ ਜਾਂਦਾ ਵੀ ਆਹ ਫਲਾਣਾ ਜਿਹੜਾ ਉਹਦਾ ਕੈਮੀਕਲ ਹੈ ਨਾ ਉਸ ਪਲਾਂਟ ਦਾ, ਇਹ ਗੁਣ ਉਹਦੇ ਨੇ, ਫਿਰ ਉਸ ਪਲਾਂਟ ਦੇ ਉਸ ਕੈਮੀਕਲ ਨੂੰ ਅਲੱਗ ਕਰ ਲੈਂਦੇ ਆ, ਬਾਕੀ ਨੂੰ ਰਿਜੈਕਟ ਕਰ ਦਿੰਦੇ ਆ। ਜਿਹਦਾ ਕਿਹਾ ਗਿਆ ਵੀ ਜਿਹੜਾ ਗੁਣ ਹੈ ਉਹ ਗੁਣ ਬਾਹਰ ਕੱਢ ਲਿਆ ਜਾਂਦਾ। ਹਾਂ, ਗੁਣ ਵਾਲੇ ਨੂੰ ਬਾਹਰ ਕੱਢ ਲਿਆ, ਉਹ ਫਿਰ ਥੋੜ੍ਹੀ ਜਿਹੀ ਮਾਤਰਾ ਰਹਿ ਗਈ ਨਾ, ਉਹਨੂੰ ਫਿਰ ਕੈਪਸੂਲ ਜਾਂ ਗੋਲੀ 'ਚ ਬਣਾਤਾ। ਉਹਨੂੰ ਤੁਸੀਂ ਕਹਤਾ ਹੁਣ ਆਯੁਰਵੇਦ ਦੀਆਂ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਐਕਸਟ੍ਰੈਕਟ ਫਾਰਮ 'ਚ ਨੇ, ਲੇਕਿਨ ਬਹੁਤ ਸਾਰੀਆਂ ਕਰੂਡ ਫਾਰਮ 'ਚ ਵੀ ਨੇ। ਐਸੀ ਗੱਲ ਨਹੀਂ, ਨੋਨ ਆਯੁਰਵੇਦ, ਕਿਉਂਕਿ ਆਯੁਰਵੇਦ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹਨੂੰ ਕਰੂਡ ਫਾਰਮ 'ਚ ਹੀ ਦੇਣਾ। ਜਿਵੇਂ ਤ੍ਰਿਫਲਾ ਹੈਗਾ ਕਰੂਡ ਫਾਰਮ 'ਚ, ਤ੍ਰਿਫਲਾ ਫੱਕੀਆਂ ਜਿੰਨੀਆਂ ਨੇ, ਫੱਕੀਆਂ ਜਿੰਨੀਆਂ ਵੀ ਨੇ, ਇਹ ਚਾਹੇ ਤ੍ਰਿਫਲਾ ਹੈ ਚਾਹੇ ਸਿੰਗਲ ਪ੍ਰੋਡਕਟ ਨੇ, ਜਾਂ ਅਸ਼ਵਗੰਧਾ ਜਿੱਦਾਂ। ਹੁਣ ਅਸ਼ਵਗੰਧਾ ਅਸ਼ਵਗੰਧਾ ਦੀ ਡੋਜ਼ 1 ਚਮਚਾ ਅਸ਼ਵਗੰਧਾ ਪਾਊਡਰ ਦੀ। ਹੁਣ ਤੁਸੀਂ ਅਸ਼ਵਗੰਧਾ ਪਾਊਡਰ ਦੇਓਗੇ ਤਾਂ ਬਹੁਤ ਸਸਤਾ ਵੇਚਣਾ ਪਏਗਾ ਤੁਹਾਨੂੰ, ਕਿਉਂਕਿ ਨੈਚੁਰਲ ਜੀ ਪਲਾਂਟ ਹੈ, ਉਹ ਪਾਊਡਰ ਕਰਕੇ ਦੇ ਦੇਣਾ ਤੁਸੀਂ, ਕੀ ਖਾਸ ਗੱਲ ਹੈ, ਉਹ ਬਹੁਤ ਸਸਤਾ ਹੈ। ਲੇਕਿਨ ਜਦੋਂ ਕੈਪਸੂਲ ਹੈ ਬਹੁਤ ਮਹਿੰਗਾ। ਕਿਉਂ? ਉਹ ਕਹਿੰਦੇ ਜੀ ਅਸੀਂ ਜੀ ਇਹ 'ਚੋਂ ਐਕਸਟ੍ਰੈਕਟ ਕੱਢਿਆ, ਫਿਰ ਉਹ ਇਹ ਜਦੋਂ ਬਾਅਦ 'ਚ ਪਤਾ ਲੱਗਦੀ ਹੈ ਕਿ ਐਕਸਟ੍ਰੈਕਟ ਕੱਢਿਆ ਤਾਂ ਐਕਸਟ੍ਰੈਕਟ ਨਹੀਂ ਕੱਢਿਆ, ਗੁਣ ਵੀ ਖਤਮ ਹੋ ਗਏ ਉਹਦੇ। ਤਾਂ ਇਸ ਕਰਕੇ ਜਿਹੜਾ ਆਯੁਰਵੇਦ ਦਾ ਪ੍ਰਿੰਸੀਪਲ ਹੈ ਕਿ ਇਹਨੂੰ ਕਰੂਡ ਫਾਰਮ 'ਚ ਦੇਣਾ ਹੀ ਬਿਹਤਰ ਹੈ। ਉਹ 'ਚ ਅਸੀਂ ਜਿਹੜਾ ਕਰਦੇ ਹਾਂ ਇੱਥੇ ਹੁਣ, ਉਹ ਅਸੀਂ ਕਹਿੰਦੇ ਸਭ ਤੋਂ ਵਧੀਆ ਦਵਾਈ ਹੈ ਜੇ ਉਹ ਤੁਹਾਨੂੰ ਜਿਉਂਦਾ ਪੌਦਾ ਮਿਲ ਜਾਵੇ। ਜਿਉਂਦਾ ਪੌਦਾ ਹੀ ਖਾ ਲਓ। ਤੁਸੀਂ ਪੁਦੀਨੇ ਦਾ ਗੁਣ ਲੈਣੇ ਆ ਤਾਂ ਪੁਦੀਨੇ ਨੂੰ ਜਿਉਂਦਾ ਖਾਣਾ, ਉਹਨੂੰ ਚਟਨੀ ਬਣਾ ਲਓ, ਮਤਲਬ ਬਿਨਾਂ ਅੱਗ 'ਤੇ ਚਾੜੇ ਚਟਨੀ ਬਣਾ ਕੇ ਖਾ ਲਓ। ਜੇ ਥੋੜ੍ਹਾ ਜਿਹਾ ਉਹਨੂੰ ਅੱਗ 'ਤੇ ਚਾੜਨਾ ਤਾਂ ਕੋਈ ਰੋਟੀ 'ਚ ਗੁੰਨ ਕੇ, ਆਟੇ 'ਚ ਗੁੰਨ ਕੇ ਖਾ ਲਓ। ਇੱਦਾਂ ਹੀ ਤੁਹਾਡੇ ਕੜੀ ਪੱਤਾ ਹੈ, ਹੋਰ 50 ਅਨੇਕਾਂ ਕਿਸਮ ਦੇ ਜਿਹੜੀਆਂ ਚੀਜ਼ਾਂ ਨੇ ਜਿਹਨਾਂ ਨੂੰ ਤੁਸੀਂ ਰੌ ਖਾ ਸਕਦੇ ਹੋ। ਰੌ ਕਿੱਦਾਂ ਖਾ ਸਕਦੇ ਹੋ? ਚਟਨੀ ਬਣਾ ਸਕਦੇ ਹੋ, ਜੂਸ ਪੀ ਸਕਦੇ ਹੋ, ਸਲਾਦ 'ਚ ਪਾ ਕੇ ਖਾ ਸਕਦੇ ਹੋ। 3 ਤਰੀਕੇ ਹੋ ਗਏ ਨਾ ਪੱਤੇ ਖਾਣ ਦੇ, ਰੌ ਪੱਤੇ ਖਾਣ ਦੇ। ਫਿਰ ਜਦੋਂ ਥੋੜ੍ਹਾ ਬਹੁਤਾ ਹਲਕਾ ਫੁਲਕਾ ਉਹਨੂੰ ਗਰਮ ਕਰਕੇ ਪੀ ਸਕਦੇ ਹੋ। ਤਾਂ ਫਿਰ ਹੋਲ ਪਲਾਂਟ ਨੂੰ, ਜਿਹੜਾ ਹੋਲ ਪੌਦਾ ਹੈ, ਉਹਨੂੰ ਤੁਸੀਂ ਸੂਪ ਬਣਾ ਲਓ, ਉਹਨੂੰ ਤੁਸੀਂ ਕਾੜਾ ਬਣਾ ਲਓ, ਠੀਕ ਹੈ, ਉਹਦੀ ਸਬਜ਼ੀ ਬਣਾ ਲਓ। ਜਿਵੇਂ ਆਪਾਂ ਮੇਥੀ ਦੀ ਸਬਜ਼ੀ ਬਣਾ ਲਈ, ਮੰਨ ਲਓ ਮੇਥੀ ਸਬਜ਼ੀ ਹੁਣ ਦਵਾਈ ਵੀ ਹੈ, ਫੂਡ ਵੀ ਹੈ। ਤਾਂ ਇਸ ਕਰਕੇ ਜਿਹੜੀਆਂ ਆਯੁਰਵੇਦ ਦੀਆਂ ਦਵਾਈਆਂ ਨੇ, ਇੱਕ ਤਾਂ ਕਰੂਡ ਫਾਰਮ 'ਚ ਹੁੰਦੀਆਂ ਨੇ ਜਿਹੜੀਆਂ ਜ਼ਿਆਦਾ ਇਫੈਕਟਿਵ ਨੇ। ਉਹਦੇ 'ਚ ਫੱਕੀਆਂ ਨੇ, ਸਿੰਗਲ ਪਲਾਂਟ ਜਿੰਨੇ ਪਾਊਡਰਸ ਨੇ, ਜਾਂ ਉਹਦੇ ਫਿਰ ਅੱਗੇ ਉਹ ਕੱਢੇ ਹੋਏ ਉਹਨਾਂ ਨੇ ਅਰਕ ਕੱਢੇ ਹੋਏ ਆ, ਜਾਂ ਉਹ ਅਸਵ ਬਣਾਏ ਹੋਏ ਆ, ਯਾਨੀ ਕਿ ਉਹ ਫਰਮੈਂਟਡ ਫਾਰਮ। ਪੌਦਿਆਂ ਦੀ ਇੱਕ ਫਰਮੈਂਟਡ ਫਾਰਮ ਹੁੰਦੀ ਹੈ, ਸਭ ਤੋਂ ਉੱਤਮ ਹੁੰਦੀ ਹੈ। ਜਿਵੇਂ ਵਾਈਨ ਬਣਦੀ ਹੈ ਨਾ, ਆਪਾਂ ਕਹਿੰਦੇ ਅੰਗੂਰਾਂ ਦੀ ਵਾਈਨ ਹੈ ਇਹ। ਜਿਹੜੀ ਵਾਈਨਸ ਹੁੰਦੀਆਂ ਨੇ, ਵਾਈਨ ਦਾ ਮਤਲਬ ਕੀ ਹੁੰਦਾ ਕਿ ਉਹ ਫਰਮੈਂਟ ਹੋ ਗਈਆਂ, ਉਹਦੇ ਅੰਦਰ ਥੋੜ੍ਹਾ ਜਿਹਾ ਅਲਕੋਹਲ ਦਾ ਐਲੀਮੈਂਟ ਆ ਜਾਂਦਾ। ਅਰਕ ਵੀ ਕਹਿ ਸਕਦੇ ਹਾਂ, ਅਰਕ ਵਾਂਗੂ ਉੜ ਕੇ। ਅਰਕ ਤਾਂ ਫਿਰ ਡਿਸਟਿਲ ਹੋ ਗਿਆ ਨਾ। ਜੇ ਅਰਕ ਉਹਦਾ ਜਿੱਦਾਂ ਸ਼ਰਾਬ ਹੈ, ਸ਼ਰਾਬ ਅਰਕ ਹੈ, ਸ਼ਰਾਬ ਅਰਕ ਹੈ। ਜਿਹੜੀ ਵਾਈਨ ਹੈ ਉਹ ਰੌ ਹੈ, ਉਹ ਗਰਮ ਨਹੀਂ ਹੁੰਦੀ। ਵਾਈਨਸ ਗਰਮ ਨਹੀਂ ਹੁੰਦੀਆਂ। ਵਾਈਨਸ ਕੀ ਹੁੰਦੀਆਂ, ਜਦੋਂ ਫਰਮੈਂਟ ਹੋ ਜਾਂਦੀਆਂ ਤਾਂ ਉਹਨੂੰ ਪੁਣ ਲੈਂਦੇ ਆ ਬਸ। ਅਤੇ ਵਾਈਨ ਜਿਹੜੀ ਹੈ ਉਹ ਫਰਮੈਂਟਡ ਪ੍ਰੋਡਕਟ ਹੈ ਉਸ ਫੂਡ ਦਾ। ਜਦੋਂ ਅੰਗੂਰਾਂ ਦੀ ਵਾਈਨ ਹੈ ਤਾਂ ਤੁਸੀਂ ਅੰਗੂਰ ਖਾ ਰਹੇ ਹੋ ਫਰਮੈਂਟਡ ਫਾਰਮ 'ਚ, ਯਾਨੀ ਕਿ ਅਲਕੋਹਲ ਕਰਕੇ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਉਹ ਅਲਕੋਹਲਿਕ ਡਰਿੰਕ ਬਣ ਗਈ, ਕਿਉਂਕਿ ਉਹ 'ਚ ਅਲਕੋਹਲ ਬਣ ਗਈ, 5 ਜਾਂ 7% ਅਲਕੋਹਲ ਬਣ ਗਈ ਉਹਦੇ 'ਚ, ਕਿਉਂਕਿ ਮਿੱਠਾ ਸੀ ਉਹ। ਲੇਕਿਨ ਬਾਕੀ ਉਹਦੇ ਅੰਦਰ ਜਿਹੜੇ ਅੰਗੂਰਾਂ ਦੇ ਖੁਰਾਕੀ ਤੱਤ ਨੇ, ਉਹਦੇ ਅੰਦਰ ਵਾਈਟਮਿਨਸ ਨੇ, ਮਿਨਰਲਸ ਨੇ, ਉਹ ਉੱਦਾਂ ਹੀ ਰਹਿ ਗਏ। ਅਤੇ ਰਾਦਰ ਫਰਮੈਂਟਡ ਫਾਰਮ 'ਚ ਹੋਰ ਵੀ ਡਾਈਜੈਸਟੇਬਲ ਫਾਰਮ 'ਚ ਆ ਗਏ, ਕਿਉਂਕਿ ਫਰਮੈਂਟਡ ਫੂਡ ਜਿਹੜੇ ਹੁੰਦੇ ਆ ਉਹ ਬਹੁਤ ਹੀ ਹਜਮ ਹੋਣ ਯੋਗ ਹੋ ਜਾਂਦੇ ਆ। ਯਾਨੀ ਆਪਾਂ ਕਹਿ ਸਕਦੇ ਹਾਂ ਵਾਈਨ ਜਿਹੜੀ ਆ ਉਹ ਬੋਡੀ ਵਾਸਤੇ ਫਾਇਦੇਮੰਦ ਹੋ ਜਾਂਦੀ ਹੈ। ਬਿਲਕੁਲ। ਰੈੱਡ ਵਾਈਨ ਜਿਹੜੀ ਬਹੁਤ ਅੱਛੀ ਮੰਨੀ ਜਾਂਦੀ ਹੈ। ਰੈੱਡ ਵਾਈਨ ਹੁਣ ਫਰਾਂਸੀਸੀ ਜਿਹੜੇ ਰੈੱਡ ਵਾਈਨ ਪੀਂਦੇ ਆ,
ਉਹਨਾਂ ਨੂੰ ਕਿਹਾ ਜਾਂਦਾ ਵੀ ਇਹਨਾਂ ਨੂੰ ਹਾਰਟ ਅਟੈਕ ਕਿਸੇ ਕਰਕੇ ਘੱਟ ਹੁੰਦਾ ਕਿਉਂਕਿ ਰੈੱਡ ਵਾਈਨ ਪੀਂਦੇ ਆ। ਲੋਕਾਂ ਦੇ ਮਨਾਂ ਦੇ ਵਿੱਚ ਤਾਂ ਇੱਕ ਧਾਰਨਾ ਬਣੀ ਵੀ ਵਾਈਨ ਹੈ, ਸ਼ਰਾਬ ਹੈ, ਬੜੀ ਮਾੜੀ ਗੱਲ ਹੈ। ਸਾਡੇ ਲੋਕਾਂ ਨੂੰ ਤਾਂ ਵਾਈਨ ਤੇ ਸ਼ਰਾਬ 'ਚ ਫਰਕ ਹੀ ਨਹੀਂ ਪਤਾ ਬਹੁਤੇ ਲੋਕਾਂ ਨੂੰ ਵਾਈਨ ਨੂੰ ਸ਼ਰਾਬ ਜਿਹੜੀ ਹੁੰਦੀ ਉਹ ਅਰਕ ਹੈ, ਉਹ ਡਿਸਟਿਲ ਹੁੰਦੀ ਹੈ ਬਾਅਦ 'ਚ, ਯਾਨੀ ਉਹਨੂੰ ਤੁਸੀਂ ਭੱਠੀ 'ਤੇ ਚਾੜ੍ਹਦੇ ਹੋ, ਉਹ ਸ਼ਰਾਬ ਤੋਂ ਜਿਹੜੀ ਅਲਕੋਹਲ ਕੰਟੈਂਟ ਆ ਉੱਡ ਜਾਂਦੀ ਆ, ਉੱਡ ਕੇ ਜਾ ਕੇ ਅੱਗੇ ਫਿਰ ਠੰਡੀ ਕਰ ਲੈਂਦੇ ਉਹਨੂੰ, ਤਾਂ ਉਹ ਸ਼ਰਾਬ ਬਣ ਗਈ। ਜਿਹੜੀ ਸ਼ਰਾਬ ਹੈ, ਵਿਸਕੀ ਹੈ, ਚਾਹੇ ਉਹ ਦੇਸੀ ਸ਼ਰਾਬ ਹੈ, ਉਹ ਹੈਗੀ ਅਰਕ। ਅਤੇ ਜਿਹੜੀ ਵਾਈਨ ਹੈ ਉਹ ਹੈਗੀ ਰੌ, ਜਿਹਨੂੰ ਆਪਾਂ ਜੇ ਗੰਨੇ ਦਾ ਗੁੜ ਨੂੰ ਆਪਾਂ ਜਦੋਂ ਫਰਮੈਂਟ ਕਰਦੇ ਹਾਂ ਉਹਨੂੰ ਆਪਾਂ ਲਾਹਣ ਕਹਿ ਸਕਦੇ ਹਾਂ, ਲਾਹਣ ਹੈ ਉਹ, ਉਹਨੂੰ ਗਰਮ ਕਰਕੇ ਫਿਰ ਸ਼ਰਾਬ ਨਿਕਲਦੀ ਹੈ। ਤੋ ਇਸ ਕਰਕੇ ਵਾਈਨ ਜਿਹੜੀਆਂ ਨੇ, ਅਤੇ ਬੀਅਰ ਵੀ ਜਿਹੜੀ ਰੌ ਹੁੰਦੀ ਹੈ, ਬੀਅਰ ਵੀ ਗਰਮ ਨਹੀਂ ਹੁੰਦੀ। ਬੀਅਰ ਬਣਾਉਣ ਦਾ ਤਰੀਕਾ ਥੋੜ੍ਹਾ ਡਿਫਰੈਂਟ ਹੈ, ਉਹ ਵੀ ਜਿਹੜੀ ਹੈ ਉਹ ਰੌ ਹੁੰਦੀ ਹੈ। ਸੋ ਉਹ ਵੀ ਘੱਟ ਨੁਕਸਾਨ ਕਰੇਗੀ। ਬੀਅਰ ਔਰ ਵਾਈਨ ਜਿਹੜੀਆਂ ਨੇ, ਜੇ ਤੁਸੀਂ ਕਿਸੇ ਨੇ ਪੀਣੀਆਂ ਹੀ ਹੋਣ ਤਾਂ ਬੀਅਰ ਔਰ ਵਾਈਨ ਜਿਹੜੀ ਘੱਟ ਹਾਰਮਫੁਲ ਹੋਏਗੀ, ਪ੍ਰੋਵਾਈਡਡ ਕਿ ਉਹਦੀ ਮਾਤਰਾ ਜਿਹੜੀ ਆ ਉਹ ਨਾ ਹੋਵੇ ਵੀ ਬੰਦਾ ਨਸ਼ਾ ਲੈਣ ਵਾਸਤੇ ਕੁਆਟਰ ਪੀਣ ਦੀ ਜਾਂ 2 ਬੋਤਲਾਂ 3 ਬੋਤਲਾਂ ਬੀਅਰ ਪੀ ਰਿਹਾ, ਫਿਰ ਤਾਂ ਉੱਥੇ ਆ ਗਈ ਨਾ ਗੱਲ। ਤਾਂ ਉਹ ਜਿਹੜਾ ਮਸਲਾ ਹੈ ਵਾਈਨਸ ਦਾ, ਉੱਥੋਂ ਆਪਾਂ ਗੱਲ ਕਰ ਰਹੇ ਸੀ ਕਿ ਫਰਮੈਂਟਡ ਫੂਡ ਜਿਹੜੇ ਹੁੰਦੇ ਆ। ਸੋ ਆਯੁਰਵੇਦ 'ਚ ਫਰਮੈਂਟਡ ਫੂਡ ਦਾ ਵੀ ਇੱਕ ਚਲਨ ਹੈ ਕਿ ਫਰਮੈਂਟਡ ਸਾਡੇ ਕੋਲ ਉਹ ਅਵੇਲੇਬਲ ਨੇ ਆਯੁਰਵੇਦ ਦੇ ਅੰਦਰ। ਸੋ ਹੋਲ ਪਲਾਂਟ ਐਜ਼ ਲਿਵਿੰਗ ਫਰੈਸ਼, ਹੋਲ ਪਲਾਂਟ ਐਜ਼ ਡਰਾਈਡ, ਸੁੱਕਾ ਹੋਇਆ ਪਾਊਡਰ ਦੀ ਸ਼ਕਲ 'ਚ, ਫਿਰ ਅੱਗੇ ਅਸਵ ਦੀ ਸ਼ਕਲ 'ਚ, ਸਿਰਪ ਦੀ ਸ਼ਕਲ 'ਚ, ਜੂਸ ਦੀ ਸ਼ਕਲ 'ਚ, ਕਾੜਿਆਂ ਦੀ ਸ਼ਕਲ 'ਚ। ਇੱਥੇ ਵਾਲੇ ਡਾਕਟਰ ਚੌਧਰੀ ਨੇ, ਉਹਨਾਂ ਦੀ ਸਪੈਸ਼ਲਾਈਜੇਸ਼ਨ ਹੀ ਜਿਹੜੇ ਨੇ ਉਹ ਜੂਸਿਸ ਨੇ, ਉਹ ਪਲਾਂਟ ਦੇ ਜੂਸਿਸ ਬਣਾ ਕੇ ਇਲਾਜ ਕਰਦੇ ਆ। ਉਹ ਕਹਿੰਦੇ ਵੀ ਮੇਰੀਆਂ ਦਵਾਈਆਂ ਜਿਹੜੀਆਂ ਇਸ ਕਰਕੇ ਬੈਟਰ ਨੇ, ਉਹਦੇ ਰਿਜ਼ਲਟ ਜ਼ਿਆਦਾ ਅੱਛੇ ਹੈ ਕਿਉਂਕਿ ਮੈਂ ਉਹਨੂੰ ਸਿਰਫ ਜੂਸ ਦੀ ਸ਼ਕਲ ਯੂਜ਼ ਕਰਦਾ, ਰॉ ਨੇ ਉਹਦੇ ਕੋਈ ਐਕਸਟ੍ਰੈਕਟ ਨਹੀਂ ਹੈ, ਕੋਈ ਗੋਲੀ ਨਹੀਂ ਹੈ, ਕੋਈ ਕੈਪਸੂਲ ਨਹੀਂ ਹੈ। ਉਹ ਸਾਰੇ ਜਿੰਨੀਆਂ ਉਹਦੀਆਂ 15-20 ਦਵਾਈਆਂ ਤਿਆਰ ਕਰਦੇ ਆ ਉਹ ਅੱਡ ਬਿਮਾਰੀਆਂ ਦੀਆਂ, ਅਤੇ ਅਲੱਗ-ਅਲੱਗ ਜੜੀਆਂ ਬੂਟੀਆਂ ਤੋਂ ਉਹਨਾਂ ਨੇ ਬਣਾਇਆ ਸਿਸਟਮ ਇੱਦਾਂ ਦਾ ਹੋਇਆ ਕਿ ਉਹਨਾਂ ਨੇ ਐਸਾ ਪ੍ਰੋਸੈਸ ਡਿਵੈਲਪ ਕਰ ਰਿਹਾ ਕਿ ਉਹਨੂੰ ਉਹ ਬਿਨਾਂ ਗਰਮ ਕੀਤੇ ਉਹਦੇ ਉਸ ਸ਼ਕਲ 'ਚ ਲੈ ਜਾਂਦੇ ਆ, ਜੂਸ ਦੀ ਸ਼ਕਲ 'ਚ। ਅਤੇ ਉਹ ਕਹਿੰਦੇ ਮੇਰੀਆਂ ਦਵਾਈਆਂ ਵੱਧ ਇਫੈਕਟਿਵ ਨੇ। ਸੋ ਜੂਸ ਜਿਹੜੇ ਨੇ ਉਹ ਕੁਦਰਤੀ ਗੱਲ ਜ਼ਿਆਦਾ ਇਫੈਕਟਿਵ ਹੋਣਗੇ। ਤੋ ਇਸ ਤਰ੍ਹਾਂ ਕਰਕੇ ਜਿਹੜੀ ਆਪਾਂ ਜੇ ਦਵਾਈਆਂ ਯੂਜ਼ ਕਰਨੀਆਂ ਵੀ ਪੈਣ, ਤਾਂ ਪਹਿਲੀ ਗੱਲ ਤਾਂ ਸਾਡੀਆਂ ਜਿਹੜੀ ਹੋਮ ਰੈਮਡੀਜ਼ ਨੇ, ਸਾਡੀਆਂ ਵੰਡਰਫੁਲ ਹੋਮ ਰੈਮਡੀਜ਼ ਨੇ। ਉਹਦੇ ਸਾਡੇ ਕੋਲ 100-150 ਪਲਾਂਟ ਹੈਗਾ ਜਿਹਨਾਂ ਨੂੰ ਸਾਡਾ ਜਿਹੜਾ ਸੱਭਿਆਚਾਰ ਹੈ, ਸਾਡੀ ਸੱਭਿਅਤਾ ਸਦੀਆਂ ਤੋਂ ਯੂਜ਼ ਕਰਦੀ ਰਹੀ ਹੈ ਕਿਸੇ ਨਾ ਕਿਸੇ ਸ਼ਕਲ 'ਚ। ਉਹਦੇ ਸਾਹਮਣੇ ਆਪਾਂ ਨੂੰ ਕਿੰਨੇ ਕੁ ਆਪਾਂ ਗਿਣ ਸਕਦੇ ਹਾਂ, 15-20 ਤਾਂ ਮਸਾਲੇ ਨੇ, ਠੀਕ ਹੈ ਨਾ। ਜੇ ਆਪਾਂ ਹਲਦੀ ਨੂੰ ਵਿੱਚ ਪਾ ਲਈਏ, ਸਾਰੇ ਨੂੰ ਪਾ ਲਈਏ, ਤਾਂ 15-20 ਨੇ। ਉਹ ਆਪਾਂ 7-8 ਤਾਂ ਵਰਤ ਯੂਜ਼ ਹੀ ਕਰਦੇ ਹਾਂ, ਪਰ ਬਹੁਤ ਸਾਰੇ ਆਪਾਂ ਯੂਜ਼ ਵੀ ਨਹੀਂ ਕਰਦੇ। ਬਹੁਤ ਸਾਰੇ ਸਾਊਥ 'ਚ ਯੂਜ਼ ਕਰਦੇ ਹਾਂ, ਆਪਾਂ ਨਹੀਂ ਕਰਦੇ। ਤਾਂ ਉਹਦੇ 'ਚ ਅੱਗੇ ਆ ਗਏ ਤੁਹਾਡੇ ਜਿਹੜੇ ਪਾਊਡਰ ਸ਼ਕਲ 'ਚ ਜਿਹੜੀਆਂ ਆਪਾਂ ਸੁਕਾ ਫਰੈਸ਼ ਹੋ ਗਈਆਂ ਜਿਹੜੀਆਂ, ਉਹ 'ਚ ਐਲੋਵੇਰਾ ਹੋ ਗਿਆ, ਗਲੋ ਹੋ ਗਿਆ, ਤੁਲਸੀ ਹੋ ਗਈ, ਕੜੀ ਪੱਤਾ ਹੋ ਗਿਆ ਤੁਹਾਡੇ, ਉਸ ਤੋਂ ਇਲਾਵਾ ਨਿੰਮ ਹੋ ਗਈ, ਈਵਨ ਜਿਹੜੇ ਤੁਹਾਡੇ ਪਾਨ ਦਾ ਪੱਤਾ ਹੋ ਗਿਆ। ਪਾਨ ਦੇ ਪੱਤੇ, ਪਾਨ ਖਾਣ ਦਾ ਚਲਨ ਜਿਹੜਾ ਸੀਗਾ, ਹੁਣ ਖਾਣੇ ਤੋਂ ਬਾਅਦ ਪਾਨ ਆਫਰ ਹੁੰਦਾ ਸੀਗਾ, ਉਹ ਵੰਡਰਫੁਲ ਇੱਕ ਮਤਲਬ ਸਾਡਾ ਕਲਚਰ ਸੀਗਾ। ਪਾਨ ਦੇ ਵਿੱਚ ਵੀ ਦਵਾ ਗੁਣ ਬੜੇ ਹੁੰਦੇ ਨੇ, ਬਹੁਤ ਜ਼ਿਆਦਾ। ਪਾਨ ਦੇ ਪੱਤੇ ਵੰਡਰਫੁਲ ਦਵਾ ਗੁਣ ਨੇ। ਉਹ ਸਾਡੇ ਸਮਾਜ ਦੇ ਅੰਦਰ ਚਲਨ ਸੀ ਕਿ ਪਾਨ, ਰੋਟੀ ਤੋਂ ਬਾਅਦ ਮਿੱਠਾ ਪਾਨ ਖਾਣਾ। ਬਹੁਤ ਵੀ ਬੜੇ ਕੁਛ ਪਾਇਆ ਹੁੰਦਾ ਸੀਗਾ, ਤੰਬਾਕੂ ਪਾ ਲਿਆ ਉਹ 'ਚ, ਉਹ ਇੱਕ ਹੋਰ ਕਿਸੇ ਕੰਮ ਲਈ ਯੂਜ਼ ਕਰ ਲਿਆ ਉਹਨੇ। ਉਹਦੇ ਵਿੱਚ ਵੀ ਬੜਾ ਸਮਾਨ ਪਾਇਆ ਜਾਂਦਾ ਸੀ ਜਿਹੜਾ ਬੜਾ, ਹਾਂ ਬਿਲਕੁਲ, ਸਾਰਾ ਸਮਾਨ ਜਿਹੜਾ ਸੀ ਨਾ, ਉਹ ਪੱਤੇ ਤੋਂ ਲੈ ਕੇ ਬਾਕੀ ਪੈਣ ਵਾਲੇ ਸਮਾਨ ਦੇ ਅੰਦਰ ਵੀ ਬਹੁਤ ਗੁਣ ਹੁੰਦੇ ਸੀਗੇ। ਤਾਂ ਉਹ ਜਿਹੜਾ ਮਿੱਠਾ ਪਾਨ ਖਾਣ ਦਾ ਚਲਨ ਸੀਗਾ, ਗੁਲਕੰਦ ਪਾ ਕੇ ਖਾਂਦੇ ਹੁੰਦੇ ਸੀ, ਗੁਲਕੰਦ ਪਾਉਂਦੇ ਹੁੰਦੇ ਸੀ ਉਹ 'ਚ। ਤਾਂ ਉਹ ਰੋਟੀ ਤੋਂ ਬਾਅਦ ਖਾਣ ਦਾ ਜਿਹੜਾ ਚਲਨ ਸੀਗਾ, ਉਹ ਵੀ ਇੱਕ ਕਿਸਮ ਦੀ ਹਰਬਲ ਉਹ ਸੀਗੀ, ਹੋਮ ਰੈਮਡੀ ਸੀਗੀ। ਫਿਰ ਅਚਾਰ ਨੇ ਸਾਡੇ, ਵੰਡਰਫੁਲ ਮੈਡੀਸਨ। ਅਚਾਰ ਜਦੋਂ ਫਰਮੈਂਟ ਹੋ ਜਾਂਦਾ ਹੈ, ਅਤੇ ਨਾਲ ਉਹ ਦੇਖੋ ਔਲਾ ਫਰਮੈਂਟ ਹੋ ਗਿਆ, ਅੰਬ ਫਰਮੈਂਟ ਹੋ ਗਿਆ, ਕਿੰਨੇ ਅਚਾਰ ਨੇ ਮੇਰੇ ਖਿਆਲ 'ਚ 20 ਤਰ੍ਹਾਂ ਦੇ ਤਾਂ ਅਚਾਰ ਹੋਣੇ ਸਾਡੇ, ਜਿਹੜੇ ਸਾਡੇ ਪਾਪੂਲਰ ਨੇ। ਸੋ ਮੁਰੱਬੇ ਹੋ ਗਏ, ਹਾਂ ਮੁਰੱਬੇ ਪਾ ਲੈਂਦੇ ਸੀਗੇ। ਸੋ ਉਸ ਤੋਂ ਬਾਅਦ ਆ ਗਏ ਤੁਹਾਡੇ ਫਿਰ ਜਿਹੜੀਆਂ ਸੀਗੀਆਂ ਅਦਰਵਾਈਜ਼ ਡਿਫਰੈਂਟ ਕੈਟੇਗਰੀ ਦੀਆਂ ਮੈਡੀਸਨ ਜਿਹੜੀਆਂ ਆਮ ਅਸੀਂ ਵਰਤਦੇ ਸੀਗੇ ਵੀ। ਉਹ ਜਿਹਨਾਂ ਸਾਡੀ ਦਾਦੀ ਨਾਨੀ ਨੂੰ ਪਤਾ ਹੁੰਦਾ ਸੀ ਵੀ ਸਰਦਈ ਦੇਖੋ ਕਿੱਡੀ ਸਾਡੀ ਵੰਡਰਫੁਲ ਡਰਿੰਕ ਸੀਗੀ। ਸਰਦਈ ਦੇ ਵਿੱਚ ਦੇਖੋ 7 ਮਗਜ਼ ਪੈਣੇ ਹੈ, ਖਸਖਸ ਪੈਣੀ ਹੈ, ਉਹਦੇ ਅੰਦਰ ਤੁਹਾਡਾ ਜਿਹੜਾ ਹੈ ਉਹ ਈਵਨ ਜਿਹੜੇ ਨਿਹੰਗ ਸਿੰਘਾਂ ਵਾਲੀ ਜਿਹੜੀ ਸਰਦਈ ਸੀਗੀ, ਭੰਗ ਪਾ ਕੇ, ਬਦਾਮ ਪੈਂਦੇ ਸੀਗੇ, ਸਾਰੇ ਨਟਸ ਔਰ ਸੀਡਸ ਸਾਰੇ, ਇਹ ਵੰਡਰਫੁਲ ਮੈਡੀਸਨ ਸੀਗੀਆਂ। ਤਾਂ ਉਹ ਕਿਤੇ ਨਾ ਕਿਤੇ ਸਾਡੇ ਕੋਲ ਪੂਰਾ ਇੱਕ ਪਲੇਥੋਰਾ ਸੀਗਾ, ਪੂਰਾ ਇੱਕ ਮਤਲਬ ਗੁਣਾਂ ਦਾ ਗੁਥਲਾ ਸੀ ਸਾਡੇ ਸਮਾਜ ਦੇ ਅੰਦਰ ਜਿਹੜਾ ਸੀਗਾ ਮੈਡੀਸਨ। ਔਰ ਮੈਨੂੰ ਯਾਦ ਹੈ ਅੱਜ ਵੀ ਬਚਪਨ ਦੇ ਅੰਦਰ ਕੋਈ ਗੋਲੀ ਕਿਤੇ ਵਿਰਲੀ ਖਾਂਦੇ ਹੁੰਦੇ ਸੀ, ਕਿਤੇ ਦਵਾਈ ਦਾ ਕੋਈ ਚੇਤਾ ਵੀ ਨਹੀਂ ਸੀ ਦਵਾਈ ਵੀ ਖਾਣੀ ਹੈ ਕੋਈ।
ਦਵਾਈਆਂ ਖਾਣ ਦਾ ਸੱਭਿਆਚਾਰ ਹੀ ਨਹੀਂ ਸੀਗਾ। ਜੇ ਕਿਤੇ ਮਾਰ ਹੋ ਵੀ ਜਾਂਦੇ ਸੀਗੇ ਤਾਂ ਉਹਦਾ ਕੋਈ ਨਾ ਕੋਈ ਹੱਲ ਹੁੰਦਾ ਸੀਗਾ। ਮਲਮਾਂ ਬਣਦੇ ਸੀ, ਤੇਲ, ਦਰਦਾਂ ਵਾਲੇ ਤੇਲ ਦੇਖੋ, ਸਾਡੇ ਬਜ਼ੁਰਗਾਂ ਨੇ ਗੋਡਿਆਂ ਵਾਲੇ ਤੇਲ, ਜੇ ਸੱਟ ਲੱਗ ਜਾਣੀ ਉਹਦਾ ਤੇਲ, ਜਿਹੜੇ ਉਹ ਬੰਨ੍ਹਦੇ ਸੀਗੇ, ਜਿਹੜੇ ਹੱਡੀਆਂ ਵਾਲੇ ਜੋੜਨ ਵਾਲੇ ਹੁੰਦੇ ਸੀਗੇ, ਉਹ ਵੀ ਤੇਲ ਬਣ ਕੇ ਅਤੇ ਬਹੁਤ ਫੱਟੀਆਂ ਤਾਂ ਸਾਰਾ ਇੱਕ ਸਿਸਟਮ ਸੱਭਿਆਚਾਰ ਦੇ ਅੰਦਰ ਸੀਗਾ, ਜਿਹੜਾ ਕਿ ਬਹੁਤ ਹੀ ਹਾਰਮਲੈਸ ਸੀਗਾ ਔਰ ਬਹੁਤ ਸਸਤਾ ਸੀਗਾ। ਉਹਨੂੰ ਅਸੀਂ ਜਿਹੜੇ ਹਨੇਰੀ ਚੱਲੀ ਇਹ ਮਾਡਰਨ ਮੈਡੀਸਨ ਵਾਲੀ ਦਵਾਈਆਂ ਖਾਣ ਵਾਲੀ, ਉਹਨੇ ਇੱਕ ਵਾਰੀ ਸਾਨੂੰ ਬਦਲਾ ਕੇ ਰੱਖਤਾ ਅਤੇ ਅਸੀਂ ਉਹਨੂੰ ਛੱਡ ਛੜਾ ਕੇ ਉੱਧਰ ਉਸ ਪਾਸੇ ਲੱਗ ਗਏ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਉਹਦੇ ਨਾਲ ਬਾਅਦ ਸਾਨੂੰ ਸਮਝ ਆਈ ਕਿ ਵੀ ਇਹ ਤਾਂ ਜਿਹੜਾ ਸਾਰਾ ਕੰਮ ਨੁਕਸਾਨ ਬਹੁਤ ਕਰਦਾ। ਹੌਲੀ ਹੌਲੀ ਹੁਣ ਸਮਝ ਆ ਰਹੀ ਹੈ ਕਿ ਵੀ ਦਵਾਈਆਂ ਖਾਣ ਦਾ ਚੱਲਣ ਹੁਣ ਜੋ ਤੁਸੀਂ ਔਰਥੋਂ ਦੀਆਂ ਗੋਲੀਆਂ ਖਾਣੀ ਸ਼ੁਰੂ ਕਰ ਦਿੰਦੇ ਹੋ ਤਾਂ ਕਿੱਥੇ ਕੋਈ ਗੁਰਦੇ ਖਰਾਬ ਹੋ ਰਹੇ ਆ, ਕਿਸੇ ਦੇ ਪੇਟ ਖਰਾਬ ਹੋ ਰਿਹਾ, ਕਿਸੇ ਦੇ ਪੇਟ 'ਚ ਪੈਪਟਿਕ ਅਲਸਰ ਹੋ ਰਿਹਾ, ਕਿਸੇ ਦਾ ਕੁਛ ਦਾ ਕੁਛ। ਤਾਂ ਮਤਲਬ ਬਹੁਤ ਜ਼ਿਆਦਾ ਇੰਨੀਆਂ ਗੰਦੀਆਂ ਦਵਾਈਆਂ ਨੇ ਕਿ ਇੱਥੋਂ ਤੱਕ ਕਿ ਹੁਣ ਜਿਹੜਾ ਉਹ ਕਹਿੰਦੇ ਜਿਹੜੀ ਗਿੱਧਾਂ ਮਰ ਗਈਆਂ, ਉਹ ਡਿਕਲੋਫੈਨਿਕ ਨਾਂ ਦੀ ਪੇਨ ਕਿਲਰ ਨਾਲ ਮਰੀਆਂ ਨੇ, ਉਹ ਜਿਹੜੀ ਉਹਦੇ ਮੱਝਾਂ 'ਚ ਕਦੇ ਕਹਿੰਦੇ ਲਾਉਂਦੇ ਸੀ ਟੀਕੇ, ਅਤੇ ਉਹ ਤਾਂ ਕਿਤੇ ਨਾ ਕਿਤੇ ਉਹ ਵਰਤਾਰਾ ਜਿਹੜਾ ਸਾਡੇ ਸੀਗਾ। ਸੋ ਦਵਾਈਆਂ ਜੇ ਵਰਤਣੀਆਂ ਵੀ ਹੁਣ, ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਕਿ ਦਵਾਈਆਂ ਵਰਤਣੀਆਂ ਹੁਣ ਤਾਂ ਕੀ ਵਰਤੀ ਹੈ, ਤਾਂ ਮੈਂ ਸਮਝਦਾ ਜਿਹੜੇ ਸਾਡੇ ਸੱਭਿਆਚਾਰ ਦੇ ਅੰਦਰ ਆਯੁਰਵੇਦ ਦੀ ਛਤਰੀ ਦੇ ਥੱਲੇ ਇੱਕ ਬਹੁਤ ਲਾਰਜ ਨੰਬਰ ਆਫ ਮੈਡੀਸਿਨ ਪਈਆਂ ਸਾਡੇ ਕੋਲ, ਔਰ ਲਾਰਜ ਨੰਬਰ ਆਫ ਟੈਕਨੀਕਸ ਪਏ ਆ। ਨੈਚੁਰੋਪੈਥੀ ਦੇ ਟੈਕਨੀਕਸ ਨੇ, ਫਾਰ ਐਗਜ਼ਾਮਪਲ ਐਕੂਪ੍ਰੈਸ਼ਰ ਦੇ ਟੈਕਨੀਕਸ ਨੇ, ਸਾਡੇ ਆਯੁਰਵੇਦ ਦਾ ਪਾਰਟ ਨੇ ਉਹ। ਹੁਣ ਐਕੂਪ੍ਰੈਸ਼ਰ ਐਕੂਪੰਕਚਰ ਚਾਈਨਾ ਦਾ ਹੈਗਾ ਕਹਿੰਦੇ ਆ। ਤੁਸੀਂ ਆਪਣੀ ਹਿਸਟਰੀ ਫੋਲ ਕੇ ਦੇਖੋ ਤਾਂ ਸਾਡੇ ਕਲਚਰ ਦੇ ਵਿੱਚ ਐਕੂਪ੍ਰੈਸ਼ਰ ਨਾਂ ਦੀ ਚੀਜ਼ ਸੀਗੀ ਉਸ ਵੇਲੇ ਵੀ ਆਹ ਪੁਆਇੰਟ ਦੱਬੋ ਤਾਂ ਤੁਹਾਡੇ ਕਿੰਨੇ ਜਿਹੜੇ ਦੱਬਣ ਵਾਲੇ ਹੁੰਦੇ ਸੀਗੇ, ਰੀੜ੍ਹ ਦੀ ਹੱਡੀ ਸੈੱਟ ਕਰ ਲੈਂਦੇ ਸੀ, ਗੋਡੇ ਸੈੱਟ ਕਰ ਲੈਂਦੇ ਸੀਗੇ, ਉਹ ਕਰਦੇ ਸੀਗੇ। ਇੱਕ ਕੜਾਕੇ ਕੱਢਣ ਦਾ ਵੀ ਹੁੰਦੇ, ਕੈਰੀਓਪ੍ਰੈਕਟਰ ਕਦੀ ਕੀ ਕਹਿੰਦੇ, ਕੈਰੀਓਪ੍ਰੈਕਟਿਕ ਕਹਿੰਦੇ। ਉਹ ਕੜਾਕੇ ਕੱਢਣ ਵਾਲਾ ਨਹੀਂ, ਕੈਰੀਓਪ੍ਰੈਕਟਿਕ ਦਾ ਮਤਲਬ ਹੈ ਉਹ ਬੋਨ ਸੈੱਟਰ ਕਿਸਮ ਦਾ, ਕਿ ਉਹ ਹੱਡੀ ਨੂੰ ਦੀ ਜੇ ਮਾੜੀ ਮੋਟੀ ਹਿੱਲ ਜਾਂਦੀ ਤਾਂ ਉਹਨੂੰ ਸੈੱਟ ਕਰ ਲੈਂਦਾ। ਤਾਂ ਉਹ ਹੈ ਕਿਸੇ ਨਾ ਕਿਸੇ ਸ਼ਕਲ ਜਿਹੜਾ ਸਾਡੇ ਕੋਲ ਜਿਹੜੇ ਪਲਾਂਟ ਪ੍ਰੋਡਕਟਸ ਨੇ ਬਹੁਤ ਉਹਨਾਂ 'ਚੋਂ, ਔਰ ਬਹੁਤ ਉਹ ਟੈਕਨੀਕ ਸੀਗੇ ਜਿਹਦੇ 'ਚ ਕਿ ਉਹ ਅਸੀਂ ਯੂਜ਼ ਕਰਦੇ ਸੀ। ਫਿਰ ਨੈਚੁਰੋਪੈਥੀ ਦੇ ਬਹੁਤ ਸਾਰੇ ਟੈਕਨੀਕਸ ਨੇ, ਜੇ ਭਾਫ ਲੈਣੀ ਹੈ, ਗਰਮ ਠੰਡੇ ਪਾਣੀ, ਹੁਣ ਗਰਮ ਠੰਡੇ ਪਾਣੀ ਨਾਲ ਨਹਾਉਣ ਵਾਲਾ ਦਾ ਤਰੀਕਾ ਅੱਜ ਨੈਚੁਰੋਪੈਥੀ ਯੂਜ਼ ਕਰਦੀ ਆ। ਸਾਡੇ ਨੋਨ ਹੁੰਦਾ ਸੀਗਾ ਕਿ ਜੇ ਕੋਈ ਬੰਦਾ ਬਿਮਾਰ ਹੋ ਗਿਆ ਨਾ ਤਾਂ ਉਹਨੂੰ ਪਹਿਲਾਂ ਗਰਮ ਪਾਣੀ ਠੰਡਾ ਨਾਲ ਨਹਾਓ, ਫਿਰ ਠੰਡੇ ਨਾਲ ਨਹਾਓ, ਫਿਰ ਗਰਮ ਨਾਲ ਨਹਾਓ, ਫਿਰ ਠੰਡੇ ਨਾਲ ਨਹਾਓ, ਵਾਰੀ ਐਂ ਕਰੀ ਜਾਓ। ਅਤੇ ਬੰਦੇ ਦੀ ਇਮਿਊਨਿਟੀ ਇੰਨੀ ਸਟਰੋਂਗ ਹੋ ਜਾਂਦੀ ਸੀਗੀ ਕਿ ਬੰਦਾ ਲੜ ਲੈਂਦਾ ਸੀਗਾ। ਅਤੇ ਗਰਮ ਠੰਡੇ ਵਾਲਾ ਕੰਮ ਜਿਹੜਾ ਸਾਡੇ ਪੁਰਾਣੇ ਕਲਚਰ 'ਚ ਨੋਨ ਸੀਗਾ। ਫਿਰ ਤੁਹਾਡੇ ਜਿਹੜਾ ਸੀਗਾ ਮਿੱਟੀ ਦਾ ਲੇਪ ਕਰਨਾ ਆਮ ਸੀ, ਸਾਡੇ ਮਿੱਟੀ 'ਚ ਲੇਟਣਾ ਨਾ, ਦੱਬਦੇ ਮਿੱਟੀ ਲੇਟਣਾ ਤਾਂ ਆਮ ਹੀ ਹੁੰਦਾ ਸੀ। ਮੱਡ ਕੁਸ਼ਤੀ ਵੀ ਹੋਇਆ ਕਰਦੀ ਹੁੰਦੀ, ਬਿਲਕੁਲ। ਕਬੱਡੀ ਖੇਡਦੇ ਸੀ ਮਿੱਟੀ ਦੇ ਵਿੱਚ, ਕੁਸ਼ਤੀਆਂ ਕਰਦੇ ਸੀ ਮਿੱਟੀ ਦੇ ਵਿੱਚ, ਕਿਉਂਕਿ ਮਿੱਟੀ ਉਸ ਵੇਲੇ ਪਿਓਰ ਹੁੰਦੀ ਸੀਗੀ। ਪਹਿਲਵਾਨ ਤਾਂ ਅੱਜ ਵੀ ਜਦੋਂ ਅਖਾੜੇ 'ਚ ਉਤਰਦੇ ਸਾਰੇ ਮਿੱਟੀ ਮਲ ਲੈਂਦੇ, ਬਿਲਕੁਲ। ਤਾਂ ਇਸ ਕਰਕੇ ਜਿਹੜਾ ਹੈ ਇਹ ਸਾਰਾ ਕਲਚਰ ਸੀਗਾ ਸਾਡਾ, ਬਹੁਤ ਅਮੀਰ ਕਲਚਰ ਸੀਗਾ, ਜਿਹਦੇ ਸਾਨੂੰ ਉਹਨੂੰ ਫਿਰ ਤੋਂ ਰਿਵਾਈਵ ਕਰਨਾ ਚਾਹੀਦਾ ਤਾਂ ਕਿ ਸਾਨੂੰ ਜਿਹੜੀ ਹਾਰਮਫੁੱਲ ਦਵਾਈਆਂ ਦੇ ਰਾਹ ਪਾਤਾ ਗਿਆ, ਔਰ ਉਹਦੇ ਅੰਦਰ ਜਿਹੜੀ ਆਰਥਿਕ ਲੁੱਟ ਖਸੁੱਟ ਹੈ, ਜਿਹੜੀ ਕਦੀ ਜੈਨਰਿਕ ਐਥੀਕਲ ਦੇ ਨਾਂ 'ਤੇ ਹੈ, ਕਦੀ ਕਮਿਸ਼ਨਬਾਜੀ ਦੇ ਨਾਂ 'ਤੇ ਹੈ, ਤਾਂ ਉਹਦੇ 'ਚੋਂ ਬਚਿਆ ਜਾ ਸਕੇ। ਔਰ ਜਿਹੜੇ ਹਾਰਮਲੈਸ ਔਰ ਬਿਲਕੁਲ ਹੀ ਸਿੱਧੇ ਸਾਦੇ ਟੈਕਨੀਕ ਨੇ, ਔਰ ਜਿਹੜੇ ਕਿ ਤੁਹਾਨੂੰ ਸਿਹਤਮੰਦ ਕਰਦੇ ਆ, ਉਹ ਤੁਹਾਨੂੰ ਇਹ ਨਹੀਂ ਕਿ ਇਕੱਲਾ ਵੀ ਸਿਰਫ ਤੁਹਾਡੇ ਸਿੰਪਟਮ ਰਿਲੀਵ ਕਰਦੇ ਆ, ਉਹ ਤੁਹਾਨੂੰ ਜੜੋਂ ਠੀਕ ਕਰਦੇ ਆ। ਤਾਂ ਉੱਦਾਂ ਦਾ ਜਿਹੜਾ ਵਰਤਾਰਾ ਹੈ ਮੇਰੇ ਖਿਆਲ 'ਚ ਉਹ ਜ਼ਿਆਦਾ ਕਰਨਾ ਚਾਹੀਦਾ। ਬਾਕੀ ਹੋਮੋਪੈਥੀ ਹੈਗੀ ਆਪਣੇ ਕੋਲ, ਉਸ ਤੋਂ ਬਾਅਦ ਧੁੱਪੇ ਜਾਣਾ, ਧੁੱਪ ਆਪਣਾ ਵੰਡਰਫੁਲ ਚੀਜ਼ ਹੈ। ਹਾਂ, ਬਾਕੀ ਤਾਂ ਉਹ ਜਿਹੜੀਆਂ ਬਿਲਕੁਲ ਉਹ ਜਿਹੜੀਆਂ ਜਨਰਲ ਟੈਕਨੀਕਸ ਨੇ ਸਾਡੇ ਸਮਾਜ ਦੀਆਂ ਕਿ ਹੱਸਣਾ ਬਹੁਤ ਜ਼ਰੂਰੀ ਹੈ, ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ। ਧਰਮ ਤਾਂ ਈਵਨ ਜਿਹੜੀ ਤੁਹਾਡੇ ਹੁਣੇ ਜਿਹੜੀਆਂ ਸਾਡੀਆਂ ਸਪਿਰਿਚੁਅਲ ਪ੍ਰੈਕਟਿਸਿਸ ਨੇ, ਭਜਨ ਗਾਉਣੇ, ਭਜਨ ਗਾਉਂਦੇ ਸਾਡੇ ਦੇਖੋ ਜਿਹੜੇ ਬਹੁਤ ਸਾਰੇ ਜਿਹੜੇ ਸਾਡੇ ਧਰਮ ਨੇ ਉਹ ਨੱਚ ਕੇ ਗਾਉਂਦੇ ਆ, ਤਾੜੀਆਂ ਮਾਰ ਕੇ। ਸੂਫੀ ਸੰਤ ਜਿਹੜੇ ਸੀਗੇ, ਸੂਫੀਜ਼ਮ ਜਿਹੜਾ ਸੀ ਸਾਰਾ ਉਹ ਡਾਂਸਿੰਗ ਦੇ ਨਾਲ ਮੈਡੀਟੇਸ਼ਨ ਸੀਗੀਆਂ, ਉਹ ਡਾਂਸ ਕਰਦੇ ਸੀਗੇ। ਤਾਂ ਇਹ ਸਾਰੇ ਸਾਡੇ ਕਲਚਰ ਦੇ ਵਿੱਚ ਬਹੁਤ ਸਾਰੀਆਂ ਹੈਲਦੀ ਪ੍ਰੈਕਟਿਸਿਸ ਸੀਗੀਆਂ ਜਿਨ੍ਹਾਂ ਨੂੰ ਸਾਨੂੰ ਮੁੜ ਕੇ ਰਿਵਾਈਵ ਕਰਨਾ ਚਾਹੀਦਾ, ਤਾਂ ਕਿ ਸਾਡਾ ਜਿਹੜਾ ਅਸੀਂ ਕਿੱਧਰ ਜਾਣਾ ਚਾਹੁੰਦੇ ਹਾਂ, ਇੱਕ ਹੋਲਿਸਟਿਕ ਹੈਲਥ ਕੇਅਰ ਵੱਲ, ਕਿ ਜਿਹੜੀ ਵੀ ਚੀਜ਼ ਤੁਹਾਨੂੰ ਹੀਲ ਕਰ ਸਕਦੀ ਹੈ ਉਹ ਤੁਹਾਡੀ ਮੈਡੀਸਨ ਹੈ, ਉਹ ਤੁਹਾਡੀ ਸਿਹਤ ਦਾ ਹਿੱਸਾ ਹੋਣੀ ਚਾਹੀਦੀ ਹੈ। ਅਸੀਂ ਚਾਹੁੰਦੇ ਹਾਂ, ਅਸੀਂ ਇਹ ਗੱਲ ਦੀ ਮੰਗ ਰੱਖ ਰਹੇ ਹਾਂ ਕਿ ਤੁਹਾਡੀਆਂ ਸਿਹਤ ਸੰਸਥਾਵਾਂ ਇੱਦਾਂ ਦੀਆਂ ਹੋਣ ਜਿੱਥੇ ਹਰ ਕਿਸਮ ਦੀ ਫੈਸਿਲਿਟੀ ਅਵੇਲੇਬਲ ਹੋਵੇ। ਉੱਥੇ ਐਲੋਪੈਥੀ ਵੀ ਹੋਵੇ, ਜੇ ਐਲੋਪੈਥੀ ਦੀ ਲੋੜ ਹੈ ਤਾਂ ਉਹ ਵੀ ਯੂਜ਼ ਕੀਤਾ ਜਾਵੇ। ਉੱਥੇ ਹੋਮੋਪੈਥੀ ਕੋਈ ਅੱਛਾ ਹੈਗਾ ਤਾਂ ਹੋਮੋਪੈਥੀ ਵੀ ਕੀਤੀ ਜਾਵੇ। ਉੱਥੇ ਆਯੁਰਵੇਦ ਵੀ ਹੋਵੇ, ਉੱਥੇ ਨੈਚੁਰੋਪੈਥੀ ਵੀ ਹੋਵੇ, ਉੱਥੇ ਕੋਈ ਅੱਛਾ ਕਾਉਂਸਲਰ ਬੈਠਾ ਹੋਵੇ ਜਿਹੜਾ ਕਿ ਡਿਪਰੈਸ਼ਨ ਵਾਲੇ ਨੂੰ, ਐਂਗਜ਼ਾਇਟੀ ਵਾਲੇ ਨੂੰ ਡੀਲ ਕਰ ਸਕਦਾ ਹੋਵੇ। ਤਾਂ ਇੱਦਾਂ ਦਾ ਇੱਕ ਹਸਪਤਾਲ ਹੋਣ, ਜਿਹੜੇ ਵੈਲਨੈਸ ਸੈਂਟਰ ਹੋਣ। ਉਹ ਹਸਪਤਾਲ ਨਾ ਹੋ ਕੇ ਉਹ ਸਿਰਫ ਲੋਕਾਂ ਨੂੰ ਧੱਕੇ ਨਾਲ
ਦਾਖਲ ਕਰਕੇ ਤੇ ਧੱਕੇ ਨਾਲ ਡ੍ਰਿਪਾਂ ਲਾ ਕੇ ਤੇ ਧੱਕੇ ਨਾਲ ਕੈਮੀਕਲ ਦਵਾਈਆਂ ਖਵਾ ਕੇ ਤੇ ਸਰਜਰੀਆਂ ਕਰਨ ਵਾਲੇ ਨਾ ਹੋਣ। ਉਹ ਇੱਕ ਵੈਲਨੈਸ ਸੈਂਟਰ ਹੋਣ, ਬੰਦਾ ਜਾਵੇ ਉਹ ਕੁਝ ਆਪ ਵੀ ਡਿਸਾਈਡ ਕਰੇ ਕਿ ਮੈਨੂੰ ਆਹ ਟਰੀਟਮੈਂਟ ਕਰਾਉਣੀ ਹੈ, ਮੈਨੂੰ ਲੱਗਦਾ ਕਿ ਮੈਨੂੰ ਇਹਦੇ ਨਾਲ ਮੈਂ ਠੀਕ ਹੋ ਜਾਊਗਾ, ਫਿਰ ਉਹਦੀ ਮੰਨ ਲਈ ਜਾਵੇ, ਉਹਨੂੰ ਨਾਲ ਹੈਲਪ ਕੀਤੀ ਜਾਵੇ ਕਿ ਵੀ ਨਹੀਂ ਸਾਡੇ ਖਿਆਲ 'ਚ ਤੂੰ ਥੋੜ੍ਹਾ ਜਿਹਾ ਨਾਲ ਆ ਵੀ ਕਰ ਲੈ ਤਾਂ ਇਹ ਜ਼ਿਆਦਾ ਬਿਹਤਰ ਹੋਊਗਾ। ਸੋ ਇੱਦਾਂ ਦੇ ਇੱਕ ਪ੍ਰੋ ਹਿਊਮਨ ਅਤੇ ਬਹੁਤ ਹੀ ਜਿਹਨੂੰ ਕਹਿੰਦੇ ਲਵਿੰਗ ਕਿਸਮ ਦੇ ਸੈਂਟਰ ਹੋਣੇ ਚਾਹੀਦੇ ਜਿੱਥੇ ਬੰਦੇ ਨੂੰ ਬਹੁਤ ਹੀ ਪਿਆਰ ਨਾਲ ਜੀ ਆਇਆਂ ਕਿਹਾ ਜਾਵੇ, ਔਰ ਉਹ ਬਹੁਤ ਸਸਤੇ ਹੋਣ, ਅਬਲ ਤਾਂ ਫ੍ਰੀ ਹੋਣ, ਨਹੀਂ ਤਾਂ ਬਹੁਤ ਸਸਤੇ ਹੋਣ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਖਿਆਲ 'ਚ ਇਹ ਗੱਲਾਂ ਜਿਹੜੀਆਂ ਨੇ ਜਿੱਦਾਂ ਦਾ ਮਾਹੌਲ ਬਣ ਰਿਹਾ, ਇਹ ਮੰਗ ਬਹੁਤ ਉੱਭਰ ਕੇ ਸਾਹਮਣੇ ਆਏਗੀ ਕਿ ਸਾਡੇ ਹਸਪਤਾਲ ਜਿਹੜੇ ਨੇ ਉਹ ਪੀਪਲ ਫਰੈਂਡਲੀ ਹੋਣ, ਉਹਦੇ ਅੰਦਰ ਹਰ ਕਿਸਮ ਦੀ ਸਹੂਲਤ ਹੋਵੇ ਅਤੇ ਹਰ ਕਿਸਮ ਦੀ ਸਹੂਲਤ ਜਿਹੜੀ ਹੈ ਉਹ ਜਿਹੜਾ ਅਸੀਂ ਵੈਲਨੈਸ ਸੈਂਟਰ ਦਾ ਕਨਸੈਪਟ ਦੇ ਰਹੇ ਹਾਂ ਕਿ ਉਹ ਵੈਲਨੈਸ ਸੈਂਟਰ ਜ਼ਿਆਦਾ ਹੋਣ, ਯਾਨੀ ਕਿ ਬੰਦਾ ਅੰਦਰ ਜਾਵੇ ਅਤੇ ਹੱਸਦਾ ਖੇਡਦਾ ਬਾਹਰ ਨਿਕਲੇ। ਇੱਥੇ ਉਲਟਾ ਕੰਮ ਹੋ ਰਿਹਾ ਕਿ ਬੰਦਾ ਚੰਗਾ ਭਲਾ ਜਾਂਦਾ ਹੈ, ਕੋਈ ਇੰਨਾ ਬਿਮਾਰ ਨਹੀਂ ਹੁੰਦਾ, ਜਦੋਂ ਬਾਹਰ ਨਿਕਲਦਾ ਤਾਂ ਬੜਾ ਬਿਮਾਰ ਹੋਇਆ ਹੁੰਦਾ। ਤੁਸੀਂ ਸਾਰਾ ਜਿਹੜਾ ਪਿੱਛੇ 1.5 ਸਾਲ ਤੋਂ ਦੇਖ ਰਹੇ ਹਾਂ ਤਾਂ ਬਿਲਕੁਲ ਹੀ ਪ੍ਰੂਵ ਕਰਤਾ ਉਹਨੇ ਵੀ ਜਿਹੜੇ ਹਸਪਤਾਲ ਨੇ ਉਲਟਾ ਬਿਮਾਰ ਜ਼ਿਆਦਾ ਕਰਦੇ ਆ। ਤਾਂ ਇਹ ਕਿਤੇ ਨਾ ਕਿਤੇ ਆਪਾਂ ਨੂੰ ਇੱਦਾਂ ਦੀ ਚੇਤਨਾ ਫੈਲਾਉਣੀ ਚਾਹੀਦੀ ਹੈ ਕਿ ਲੋਕ ਇੱਦਾਂ ਦੀ ਮੰਗ ਰੱਖਣ ਕਿ ਸਾਡੇ ਹਸਪਤਾਲ ਬਿਲਕੁਲ ਫ੍ਰੀ ਹੋਣੇ ਚਾਹੀਦੇ ਆ, ਕਿਉਂਕਿ ਸਿਹਤ ਜਿਹੜੀ ਹੈ ਉਹ ਇੱਕ ਮੁੱਢਲਾ ਅਧਿਕਾਰ ਹੈ। ਤਾਂ ਰਾਈਟ ਟੂ ਲਾਈਫ ਸੰਵਿਧਾਨ ਸਾਨੂੰ ਮੁੱਢਲੇ ਅਧਿਕਾਰ ਦੇ ਤੌਰ 'ਤੇ ਦਿੰਦਾ, ਅਤੇ ਰਾਈਟ ਟੂ ਲਾਈਫ ਜੇ ਅਗਰ ਸਾਡਾ ਹੈਗਾ ਤਾਂ ਰਾਈਟ ਟੂ ਹੈਲਥ ਵੀ ਹੋਣਾ ਚਾਹੀਦਾ। ਰਾਈਟ ਟੂ ਹੈਲਥ ਤੋਂ ਬਿਨਾਂ ਰਾਈਟ ਟੂ ਲਾਈਫ ਦਾ ਕੀ ਮਤਲਬ ਹੈ? ਜੇ ਤੁਹਾਡੇ ਕੋਲ ਰਾਈਟ ਟੂ ਹੈਲਥ ਹੀ ਨਹੀਂ ਹੈਗਾ ਫਿਰ ਰਾਈਟ ਟੂ ਲਾਈਫ ਕਾਹਦਾ ਹੋਇਆ? ਫਿਰ ਰਾਈਟ ਟੂ ਲਾਈਫ ਦੇ ਅੰਦਰ ਤੁਹਾਡੇ ਕੋਲ ਕੁਛ ਮੁੱਢਲੀਆਂ ਸਹੂਲਤਾਂ ਜਿਹੜੀਆਂ ਜ਼ਰੂਰੀ ਚਾਹੀਦੀਆਂ ਨੇ। ਹਰ ਬੰਦੇ ਨੂੰ ਖਾਣਾ ਮਿਲਣਾ ਚਾਹੀਦਾ, ਹਰ ਬੰਦੇ ਨੂੰ ਸ਼ੁੱਧ ਪਾਣੀ ਮਿਲਣਾ ਚਾਹੀਦਾ, ਹਰ ਬੰਦੇ ਨੂੰ ਇਲਾਜ ਫ੍ਰੀ ਹੋਣਾ ਚਾਹੀਦਾ, ਬਿਲਕੁਲ ਹਵਾ ਪਾਣੀ ਸ਼ੁੱਧ। ਤਾਂ ਇਹ ਸਾਰਾ ਕਿਤੇ ਨਾ ਕਿਤੇ ਇੱਦਾਂ ਦੀਆਂ ਮੰਗਾਂ ਉੱਠਣਗੀਆਂ, ਔਰ ਇੱਦਾਂ ਦੀਆਂ ਮੰਗਾਂ ਮੇਰੇ ਖਿਆਲ 'ਚ ਇੱਦਾਂ ਦੀ ਚੇਤਨਾ ਆਪਾਂ ਨੂੰ ਜਿਹੜਾ ਤੁਹਾਡਾ ਸਮਾਲ ਮੀਡੀਆ, ਜਿਹੜਾ ਸੋਸ਼ਲ ਮੀਡੀਆ ਜਾਂ ਜਿਹੜੇ ਛੋਟੇ ਪੱਤਰਕਾਰ ਜਿਹੜੇ ਕਿ ਮੁੱਖ ਮੀਡੀਆ ਤੋਂ ਵੱਖਰੇ ਨੇ, ਜਿਹੜੇ ਕਿ ਕਰਪਟਡ ਨਹੀਂ ਹੈ, ਤਾਂ ਸਾਡਾ ਸਭ ਦਾ ਤਾਂ ਇਹੀ ਰੋਲ ਬਣਦਾ ਕਿ ਆਪਾਂ ਇਹੋ ਜਿਹੀ ਚੇਤਨਾ ਫੈਲਾਈਏ ਜਿਸ 'ਚ ਕਿ ਲੋਕ ਆਉਣ ਵਾਲੇ ਸਮੇਂ 'ਚ ਸਿਹਤ ਵੱਲ ਨੂੰ ਵਧਣ, ਨਾ ਕਿ ਦਵਾਈਆਂ ਖਾਣ ਦਾ ਜਿਹੜਾ ਵਰਤਾਰਾ ਹੈ ਅਤੇ ਦਵਾਈਆਂ ਖਾ ਕੇ ਬਿਮਾਰ ਤੋਂ ਹੋਰ ਬਿਮਾਰ ਹੋਣ ਦਾ ਵਰਤਾਰਾ ਉੱਧਰ ਵਧਣ। ਅਤੇ ਨਾਲ ਹੀ ਇਹ ਵੀ ਮੰਗ ਹੋਣੀ ਚਾਹੀਦੀ ਹੈ ਵੀ ਜੈਨਰਿਕ ਅਤੇ ਐਥੀਕਲ ਦਵਾਈਆਂ ਦੇ ਉੱਤੇ ਲਿਖਿਆ ਹੋਵੇ ਇਹ ਐਥੀਕਲ ਅਤੇ ਇਹ ਜੈਨਰਿਕ ਹੈ। ਨਹੀਂ, ਮੇਰਾ ਖਿਆਲ ਗੌਰਮੈਂਟ ਨੂੰ ਇਸ 'ਤੇ ਪੂਰਾ ਕੰਟਰੋਲ ਕਰਨਾ ਚਾਹੀਦਾ। ਐਥੀਕਲ ਜੈਨਰਿਕ ਦਾ ਮਤਲਬ ਹੀ ਕੋਈ ਨਹੀਂ ਹੈ ਜੇ ਕੋਈ ਕੰਪਨੀ ਉਹਨੂੰ ਸਸਤਾ ਵੇਚਣਾ ਚਾਹੁੰਦੀ ਹੈ ਤਾਂ ਪੇਸ਼ੈਂਟ ਤੋਂ ਟਰਾਂਸਮਿਟ ਹੋਵੇ, ਬੈਨੀਫਿਟ ਹੋ। ਮੰਨ ਲਓ ਕਿ ਪੇਸ਼ੈਂਟ ਨੂੰ ਕਿਵੇਂ ਪਤਾ ਲੱਗੇਗਾ ਵੀ ਇਹ ਜੈਨਰਿਕ ਹੈ ਜੀ ਐਥੀਕਲ? ਅੱਜ ਤੱਕ ਪਤਾ ਹੀ ਨਹੀਂ ਲੱਗ ਸਕਦਾ। ਸਸਤੀ ਹੋ ਜਾਏਗੀ ਦਵਾਈ, ਉਹ ਤਾਂ ਆਪੇ ਪਤਾ ਲੱਗ ਜਾਏਗਾ ਨਾ। ਪਰ ਉੱਤੇ ਲਿਖਿਆ ਹੋਵੇ ਤਾਂ ਜ਼ਿਆਦਾ ਵਧੀਆ ਨਹੀਂ ਹੈਗਾ? ਨਹੀਂ, ਮਗਰ ਰੇਟ ਦਾ ਫਰਕ ਪਾ ਦਿਓ, ਤੁਸੀਂ ਸਿੱਧਾ ਹੀ ਰੇਟ ਦਾ ਫਰਕ ਪਾ ਦਿਓ। ਜੋ ਜਨਰਲ ਕੰਪਨੀ ਉਹੀ ਪ੍ਰੋਡਿਊਸ ਕਰ ਰਹੀ ਹੈ, ਤੁਸੀਂ ਜੇ 2 ਰੁਪਏ ਵਾਲੀ ਦਵਾਈ ਹੈ ਤਾਂ 2 ਰੁਪਏ ਵਿੱਚ ਵੀ ਤੇ ਉਹਨਾਂ ਕੀ ਮਾਰਜਨ ਲਾਓ ਕਰੋ ਨਾ ਜਿੰਨਾ ਬਾਕੀਆਂ 'ਚ ਕਰਦੇ ਹੋ। ਜੇ 2 ਰੁਪਏ ਦਾ ਪੱਤਾ ਹੋ ਤਾਂ ਤੁਸੀਂ ਬੰਦੇ ਨੂੰ ਸੈੱਲ ਕਰ ਰਹੇ ਹੋ ਤਾਂ ਉਹਨੂੰ ਵੱਧ ਤੋਂ 50% ਦੇ ਦਿਓ, ਉਹਨੂੰ ਕਹੇ 3 ਰੁਪਏ ਦਾ ਵੇਚ ਲੈ, ਵੈਸੇ ਤੋਂ ਵੱਧ ਨਹੀਂ। ਕੰਪਨੀਆਂ ਦੇ ਬਿੱਲਾਂ ਤੋਂ ਪਤਾ ਲੱਗ ਜਾਏਗਾ ਵੀ ਉਹਨਾਂ ਨੇ ਕਿੰਨੇ ਬਿੱਲ ਦੇ ਵਿੱਚ ਉਹਨਾਂ ਨੂੰ ਵੇਚਿਆ ਦੁਕਾਨਦਾਰ ਅੱਗੇ ਉਹਦੇ 'ਤੇ ਪ੍ਰਿੰਟ ਕਿੰਨਾ ਪਿਆ। ਡਿਕਲੇਅਰਡ ਕੰਪਨੀਆਂ ਦੇ ਡਿਕਲੇਅਰਡ ਰੇਟ ਲਿਸਟਾਂ ਨੇ, ਕੋਈ ਉਹਦੀ ਸੀਕਰਟ ਥੋੜ੍ਹਾ, ਕੋਈ ਇਹ 'ਚ ਕੋਈ ਸੀਕਰਟ ਨਹੀਂ ਹੈ। ਉਹ ਡਿਕਲੇਅਰਡ ਲਿਸਟ ਹੈ ਵੀ ਹਸਪੀਟਲ ਰੇਟ ਆ ਅਤੇ MRP ਆ, ਉਹਦਾ ਕੰਪਨੀਆਂ ਪ੍ਰਿੰਟਡ ਲਿਸਟਾਂ ਹੈਗੀਆਂ ਨੇ, ਉਹਦੀ ਵੈਬਸਾਈਟ 'ਤੇ ਪਈਆਂ। ਸੋ ਇਸ ਕਰਕੇ ਉਹ ਕੋਈ ਸੀਕਰਟ ਨਹੀਂ ਹੈ। ਸੋ ਇਸ ਕਰਕੇ ਉਹਦੇ 'ਤੇ ਗੌਰਮੈਂਟ ਨੂੰ ਪੂਰਾ ਕੰਟਰੋਲ ਕਰਨਾ ਚਾਹੀਦਾ ਵੀ ਭਾਈ ਸਾਹਿਬ ਆਹ ਤੁਹਾਡੀ MRP ਹੈਗੀ ਹੈ ਨਾ, ਤੁਹਾਡੀ ਸੇਲ ਪ੍ਰਾਈਸ ਪਰਚੇਜ਼ ਪ੍ਰਾਈਸ ਹੈ, ਤਾਂ ਇਹਨੂੰ ਤੁਸੀਂ ਇੰਨੇ % ਤੋਂ ਵੱਧ ਪ੍ਰੋਫਿਟ ਨਹੀਂ ਲੈ ਸਕਦੇ। ਦਿਸ ਇਜ਼ ਦਾ ਮੈਕਸੀਮਮ। ਅਤੇ 50% ਤੋਂ ਉੱਪਰ ਪ੍ਰੋਫਿਟ ਦੇਣ ਦਾ ਕਿਆ ਮਤਲਬ ਹੈ ਰਿਟੇਲਰ ਨੂੰ? ਤੁਸੀਂ 25% ਆਮ ਕੰਪਨੀਆਂ ਦਿੰਦੀਆਂ ਨੇ, ਤੁਸੀਂ 50 ਦੇ ਦਿਓ। ਜੇ ਸਸਤੀ ਕੋਈ ਆਈਟਮ ਹੈ ਤਾਂ ਤੁਸੀਂ ਕਹਿੰਦੇ ਹੋ ਵੀ ਸਸਤੀ ਕਰਕੇ ਉਹਦਾ ਜਿਹੜਾ ਨੈੱਟ ਪ੍ਰੋਫਿਟ ਘੱਟ ਗਿਆ ਤਾਂ ਤੁਸੀਂ ਉਹਨੂੰ 50% ਦੇ ਦਿਓ। ਇਹ ਥੋੜ੍ਹਾ ਵੀ ਤੁਸੀਂ 1000% ਜਾਂ 500% ਜਾਂ 700% ਪ੍ਰੋਫਿਟ ਦੇ ਰਹੇ ਹੋ ਉਹਨੂੰ, ਇਹ ਤਾਂ ਕੋਈ ਜਸਟੀਫਾਈਡ ਨਹੀਂ ਨਾ। ਉਹ ਬੈਨੀਫਿਟ ਪੇਸ਼ੈਂਟ ਨੂੰ ਜਾਣਾ ਚਾਹੀਦਾ। ਇਹਦਾ ਮਤਲਬ ਵੀ ਪੇਸ਼ੈਂਟ ਕੋਈ ਭੋਲਾ ਹੈ, ਜੇ ਉਹ ਗਰੀਬ ਹੈ ਉਹਨੂੰ ਨਹੀਂ ਸਮਝਦਾ, ਤੁਸੀਂ ਉਹਨੂੰ ਲੁੱਟੀ ਲਓ। ਇਹ ਤਾਂ ਕਿਸੇ ਡੈਮੋਕ੍ਰੇਸੀ ਦਾ ਆਧਾਰ ਨਹੀਂ ਨਾ। ਹੁਣ 74-75 ਸਾਲ ਹੋ ਚੱਲੇ ਆ ਆਜ਼ਾਦ ਹੋਇਆਂ ਨੂੰ, ਅਤੇ ਆਜ਼ਾਦੀ ਦਾ ਕੁਛ ਨਿੱਘ ਤਾਂ ਲੋਕਾਂ ਨੂੰ ਵੀ ਮੰਨਣ ਦਾ ਹੱਕ ਹੈ ਨਾ। ਇਕੱਲੇ ਥੋੜ੍ਹਾ ਵੀ ਜਿਹੜੇ ਅਮੀਰ ਨੇ ਉਹੀ ਨਿੱਘ ਮੰਨੀ ਜਾਣ ਅਤੇ ਜਿਹੜੇ ਗਰੀਬਾਂ ਨੂੰ ਮਾਰੀ ਦਿਓ ਤੁਸੀਂ। ਅਜੇ ਤੱਕ ਤਾਂ ਆਹੀ ਚੱਲ ਰਿਹਾ ਹੈ ਵੀ ਜਿੰਨਾ ਕੋਈ ਗਰੀਬ ਆ ਉਹਦੀ ਕੋਈ ਪੁੱਛ ਪੜਤਾਲ ਨਹੀਂ ਹੈ, ਕੋਈ ਬਾਂਝ ਫੜਨ ਵਾਲਾ ਹੈ ਨਹੀਂ ਉਹਦਾ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਆਪਣਾ ਪਰਸਨਲ ਤਜਰਬਾ ਅਤੇ ਨਾਲ ਹੀ ਨਾਲ ਜਿਹੜਾ ਐਥੀਕਲ ਜੈਨਰਿਕ ਦਵਾਈਆਂ ਦੇ ਬਾਰੇ ਜਾਣਕਾਰੀ ਅਤੇ ਨਾਲ ਜਿਹੜੀਆਂ ਸਾਡੀਆਂ ਹੋਰ ਪੱਧਤੀਆਂ ਦੇ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ ਜਿਨ੍ਹਾਂ ਨੇ ਸਾਨੂੰ ਅੱਜ ਉਹ ਜਾਣਕਾਰੀਆਂ ਦਿੱਤੀਆਂ ਨੇ, ਉਹ ਭੇਦ ਜਿਹੜੇ ਸਾਡੇ ਸਾਹਮਣੇ ਉਜਾਗਰ ਕੀਤੇ ਨੇ, ਜਿਹੜੇ ਸ਼ਾਇਦ ਜੇਕਰ ਅੱਜ ਇਹਨਾਂ ਨੂੰ ਇਹ ਸਵਾਲ ਆਪਾਂ ਕੈਮਰੇ 'ਤੇ ਨਾ ਪੁੱਛਦੇ ਤਾਂ ਸ਼ਾਇਦ ਇਹ ਰਾਜ਼ ਦੱਬੇ ਹੀ ਰਹਿ ਜਾਂਦਾ ਕਿ ਕਿਸ ਤਰ੍ਹਾਂ ਇਹਨਾਂ ਨੇ ਜਿਹੜੀਆਂ ਦਵਾਈਆਂ ਦੀਆਂ ਕੰਪਨੀਆਂ ਜਾਂ ਕਰਪਟ ਸਿਸਟਮ ਦੇ ਖਿਲਾਫ ਜਦੋਂ ਆਵਾਜ਼ ਚੁੱਕੀ ਕਿ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਲੋਕਾਂ ਨੂੰ ਨਹੀਂ ਲੁੱਟ ਸਕਦੇ, ਇਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਆਪਾਂ ਧੱਕਾ ਨਹੀਂ ਕਰ ਸਕਦੇ। ਅਤੇ ਉਦੋਂ ਬਾਅਦ ਇਹਨਾਂ ਨੂੰ ਜਿਹੜਾ ਉਹ ਜੋ ਕੁਛ ਸਹਿਣਾ ਪਿਆ, 4 ਸਾਲ ਤੱਕ ਇਹਨਾਂ ਦੀ ਪੈਨਸ਼ਨ ਰੋਕ ਕੇ ਰੱਖੀ
ਦਵਾਈਆਂ ਐਥੀਕਲ ਤੇ ਜੈਨਰਿਕ ਦਵਾਈਆਂ ਸੰਬੰਧੀ ਇਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਵੀ ਐਥੀਕਲ ਦਵਾਈਆਂ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਬਣਾਈਆਂ ਜਾਂਦੀਆਂ ਨੇ, ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਵੱਧ ਮੁੱਲ ਰੱਖੇ ਜਾਂਦੇ ਨੇ, ਕਿਸ ਤਰ੍ਹਾਂ ਉਹ ਵਸੂਲੀ ਕੀਤੀ ਜਾਂਦੀ ਹੈ, ਕਿਸ ਤਰ੍ਹਾਂ ਤਰੀਕੇ ਨਾਲ ਡਾਕਟਰਾਂ ਨੂੰ ਜਿਹੜਾ ਉਹ ਪ੍ਰੋਫਿਟ ਕਿਹੜੇ ਤਰੀਕਿਆਂ ਦੇ ਵਿੱਚ ਦਿੱਤਾ ਜਾਂਦਾ ਹੈ, ਕਿਹੜੇ ਤਰੀਕਿਆਂ ਦੇ ਵਿੱਚ ਜਿਹੜਾ ਉਹ ਜਿਹੜਾ ਲੋਕਾਂ ਦੇ ਨਾਲ ਜਿਹੜੀ ਆ ਵੱਡੀ ਲੁੱਟ ਕੀਤੀ ਜਾ ਰਹੀ ਹੈ, ਉਹਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਜਿਹੜੇ ਸਿਆਸਤਦਾਨਾਂ ਨੂੰ ਜਿਹੜਾ ਕਿਸ ਤਰੀਕੇ ਨਾਲ ਫਾਇਦਾ ਪਹੁੰਚਾਇਆ ਜਾ ਰਿਹਾ, ਕਾਨੂੰਨ ਦਾ ਕਿਸ ਤਰ੍ਹਾਂ ਜਿਹੜਾ ਮਿਸਯੂਜ਼ ਕੀਤਾ ਜਾ ਰਿਹਾ। ਅਤੇ ਕੁੱਲ ਮਿਲਾ ਕੇ ਅੰਤ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਜੇ ਲੋੜ ਵੀ ਪਵੇ ਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਆਪਾਂ ਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਹੜੀ ਪੱਧਤੀਆਂ ਅਪਣਾ ਕੇ ਅਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ। ਅਤੇ ਅੰਤ ਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਮੰਗ ਰੱਖਣੀ ਚਾਹੀਦੀ ਹੈ ਵੀ ਸਾਡਾ ਜਿਹੜਾ ਜਿਉਣ ਦਾ ਹੱਕ ਹੈ ਉਹਦੇ ਲਈ ਜਿਹੜਾ ਜੋ ਸੰਵਿਧਾਨ ਦੇ ਵਿੱਚ ਸਾਨੂੰ ਦਿੱਤਾ ਗਿਆ ਉਹਦੇ ਮੁਤਾਬਕ ਸਾਡੀਆਂ ਕਿਹੜੀਆਂ ਮੰਗਾਂ ਹੋਣੀਆਂ ਚਾਹੀਦੀਆਂ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਅਤੇ ਇਸ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੀਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।